थोड़ा 7th यूनिट आएगा प्रॉपर्टीज ऑफ मैटर वाला, ਉਹਦੇ ਵਿੱਚ ਜਾ ਕੇ 7C ਇੱਕ ਚੈप्टर आएगा हाइड्रोडायनामिक्स। मतलब किसी पाइप ਦੇ ਵਿੱਚ ਜਦੋਂ ਕੋਈ ਲਿਕੁਇਡ ਫਲੋ ਕਰਦਾ, ਅਸੀਂ ਉਸ ਫਲੋ ਨੂੰ ਦੋ ਵੇ ਨਾਲ ਕੈਟੇਗਰਾਈਜ਼ ਕਰਦੇ ਹਾਂ। ਅਸੀਂ ਕਹਿੰਦੇ ਕਿ ਜਿਹੜਾ ਲਿਕੁਇਡ ਫਲੋ ਕਰਦਾ ਪਿਆ ਪਾਈਪ 'ਚ, ਇਹ ਜਾਂ ਤਾਂ ਆਈਡੀਅਲ ਫਲੋ ਹੋਏਗਾ ਜਾਂ ਰੈਗੂਲਰ ਫਲੋ ਹੋਏਗਾ। ठीक है, ਉਹਦੇ ਵਿੱਚ ਉਹਨਾਂ ਦੀਆਂ ਕੰਡੀਸ਼ਨਸ ਨੇ, ਆਈਡੀਅਲ ਫਲੋ ਕਿਹਨੂੰ ਲੈ ਕੇ ਚੱਲਣਾ, ਰੈਗੂਲਰ ਫਲੋ ਸੀ ਕਿਹਨੂੰ ਲੈ ਕੇ ਚੱਲਣਾ। ਉੱਥੇ ਅਸੀਂ ਵਰਡ ਯੂਜ਼ ਕਰਦੇ ਆ ਕਿ ਕਿਸੇ ਪਾਈਪ ਚੋਂ ਜਿਹੜਾ ਲਿਕੁਇਡ ਫਲੋ ਕਰਦਾ ਉਹਨੂੰ ਐਸ ਸੱਚ ਆਈਡੀਅਲ ਤੇ ਰੈਗੂਲਰ ਫਲੋ, ਇਹਨਾਂ ਦੋਨਾਂ ਵਾਸਤੇ ਅਸੀਂ ਦੋ ਵਰਡ ਬੋਲਿਆ ਕਰਾਂਗੇ। ਇੱਕ ਅਸੀਂ ਵਰਡ ਯੂਜ਼ ਕਰਾਂਗੇ ਕਿ ਲਿਕੁਇਡ ਦਾ ਫਲੋ ਸਟ੍ਰੀਮਲਾਈਨ ਆ, ਲਿਕੁਇਡ ਦਾ ਫਲੋ ਸਟ੍ਰੀਮਲਾਈਨ ਫਲੋ ਆ, ਤੇ ਇੱਕ ਵਰਡ ਯੂਜ਼ ਕਰਾਂਗੇ ਕਿ ਲਿਕੁਇਡ ਦਾ ਫਲੋ ਜਿਹੜਾ ਟਰਬੂਲੈਂਟ ਆ। मैं दो वर्ड बोलता पाया, एक वर्ड यूज करता पाया कि लिक्विड दा फ्लो स्ट्रीमलाइन फ्लो होएगा, एक वर्ड यूज करते पाए कि लिक्विड दा फ्लो जेड़ा वो टर्बुलेंट होएगा। ते बच्चे एज सच ਤੁਹਾਡੇ गिवन पाइप ਦੇ ਵਿੱਚ लिक्विड ਜਿਹੜਾ फ्लो ਕਰਦਾ ਪਿਆ ਉਹ स्ट्रीमलाइन ਆ ਕਿ टर्बुलेंट ਆ, ਉਹਨੂੰ डिसाइड ਕਰਨ ਲਈ ਅਸੀਂ ਇੱਕ ਟਰਮ ਯੂਜ਼ ਕਰਦੇ ਹਾਂ ਜਿਹਨੂੰ ਅਸੀਂ ਨਾਮ ਦਿੰਦੇ ਹਾਂ ਰਿਨੋल्ड ਨੰਬਰ। ठीक है, रेनॉल्ड नंबर की वैल्यू ਜਿਹੜੀ ਹੋਏਗੀ, रेनॉल्ड नंबर इट्स अ प्योर नंबर, ਇਹਦਾ ਕੋਈ यूनिट कोई डायमेंशन नहीं है। और इस नंबर ਦੀ हेल्प ਨਾਲ ਤੁਸੀਂ ਦੱਸ ਪਾਓਗੇ ਕਿ गिवन ਪਾਈਪ ਚ ਲਿਕੁਇਡ ਜਿਹੜਾ ਉਹ ਸਟ੍ਰੀਮਲਾਈਨ ਆ ਕਿ ਟਰਬੂਲੈਂਟ ਆ। ਉਹਦੇ ਲਈ ਅਸੀਂ ਕੁਝ ਵੈਲਿਊਜ਼ ਦਿੱਤੀਆਂ ਹੋਈਆਂ। ਜੇ रेनॉल्ड नंबर ਦੀ ਵੈਲਿਊ 0 ਤੋਂ ਲੈ ਕੇ 2000 ਦੇ ਇਨ ਬਿਟਵੀਨ ਆਵੇ, ਸਾਡੇ ਕੋਲ ਫਾਰਮੂਲਾ ਵਾ रेनॉल्ड ਨੰਬਰ ਦਾ ਦਿੱਤਾ ਹੋਇਆ ਹੈ, ਉਸ ਫਾਰਮੂਲੇ ਦੇ ਅਕੋਰਡਿੰਗਲੀ ਅਸੀਂ रेनॉल्ड नंबर की वैल्यू कढ़ते हैं। ठीक है, जेडी ओदी वैल्यू कैलकुलेट करके आंदी, जे ओदी वैल्यू 0 तो 2000 दे इन बिटवीन आवे, फिर ਅਸੀਂ ਲੈਣੇ कि लिक्विड ਦਾ फ्लो स्ट्रीमलाइन आ, ते जे लिक्विड दे रेनॉल्ड नंबर की वैल्यू मोर दैन 3000 आंदी होवे, फिर ਅਸੀਂ ਲੈਣੇ जी कि ਜਿਹੜਾ पाइप च लिक्विड फ्लो करदा ਉਹ टर्बूलेंट है। ਤੇ ਜੇ ਵੈਲਿਊ ਬਿਟਵੀਨ 2000 ਤੋਂ 3000 ਆਵੇ, ਅਸੀਂ ਕਹਿੰਦੇ ਲਿਕੁਇਡ ਦਾ ਫਲੋ ਜਿਹੜਾ ਵਾ ਉਹ ਟ੍ਰਾਂਜੀਸ਼ਨ ਸਟੇਟ ਚ ਆ, ਨਾ ਤਾਂ ਉਹ ਪੂਰੀ ਤਰ੍ਹਾਂ ਸਟ੍ਰੀਮਲਾਈਨ ਆ ਤੇ ਨਾ ਪੂਰੀ ਤਰ੍ਹਾਂ ਟਰਬੂਲੈਂਟ। ਸੋ ਨੇਚਰ ਆਫ ਫਲੋ ਆਫ ਲਿਕੁਇਡ ਨੂੰ ਡਿਸਾਈਡ ਕਰਨ ਵਾਲੀ ਜਿਹੜੀ ਟਰਮ ਆ ਉਹਨੂੰ ਅਸੀਂ रेनॉल्ड ਨੰਬਰ ਕਹਿੰਦੇ ਆ। ठीक है, ਤੇ ਤੁਹਾਡੇ ਡਾਈਮੈਂਸ਼ਨਲ ਵਾਲੇ ਚੈਪਟਰ ਦੇ ਅਕੋਰਡਿੰਗਲੀ ਇਹ ਪਿਓਰ ਨੰਬਰ ਆ, ਇਸ ਲਈ ਇਹਦੀ ਡਾਈਮੈਂਸ਼ਨ ਕੋਈ ਨਹੀਂ ਆਣੀ। ਦਿਸ ਟਰਮ ਇਜ਼ ਟੂ ਬੀ ਅ ਡਾਈਮੈਂਸ਼ਨਲੈਸ। क्लियर है गल रेनॉल्ड नंबर बारे? यस सर। यस सर। चलो एक वर्ड यूज किया प्लैंक कांस्टेंट। बच्चे प्लैंक कांस्टेंट ਅਸੀਂ डिफाइन करते हैं, ਅਸੀਂ ਕਹਿੰਦੇ ਕਿ ਵੀ ਕੈਮਿਸਟਰੀ ਚ ਵੀ ਪੜੋਗੇ ਇਸ ਟਰਮ ਨੂੰ। ਅਸੀਂ ਕਹਿੰਦੇ ਇੱਕ ਟੌਪਿਕ ਆਂਦਾ ਕੈਮਿਸਟਰੀ ਤੁਹਾਡੇ ਕੋਲ, ਉਹਦਾ ਨਾਮ ਹੋਏਗਾ ਫੋਟੋ ਇਲੈਕਟ੍ਰਿਕ ਇਫੈਕਟ। फोटो मीन फोटोन, फोटोन मीन लाइट, ठीक है, इलैक्ट्रिक मीन करंट, यानी लाइट नू, ठीक है, अपने को जी लाइट होएगी, लाइट नू असी करंट नाल रिलेट करदे, कुछ असी वर्ड इदा लेने आ कि किसी भी मैटल दी सरफेस पे, हाँ मान लो मेरे को सोडियम कैल्शियम मैग्नीशियम कोई मैटल दी सरफेस आ, इस मैटल सरफेस पे जे मैं लाइट इंसीडेंट कराना, ਅਸੀਂ ਕਹਿੰਦੇ ਲਾਈਟ ਇਜ਼ ਵਾਟ ਇਟ ਇਜ਼ ਦਾ ਕਹਿੰਦਾ ਜੀ ਐਸ ਸੱਚ ਪੈਕੇਟ ਔਰ ਬੰਡਲ ਆਫ ਕਹਿੰਦਾ ਜੀ એનર્ਜੀ। ਅਸੀਂ ਕਹਿੰਦੇ ਮੈਟਲ ਦੀ ਸਰਫੇਸ ਤੇ ਜਦੋਂ ਲਾਈਟ ਫਾਲ ਕਰਦੀ ਹੈ ਨਾ, ਤੇ ਬੱਚੇ ਲਾਈਟ ਦੇ ਵਿੱਚ ਅਸੀਂ ਕੰਸੀਡਰ ਕਰਦੇ ਫੋਟੋਨਸ ਹੁੰਦੇ ਆ। ਲਾਈਟ ਅਸੀਂ ਮੰਨਦੇ ਪਏ ਕਿ ਜਿਹੜੇ એનર્ਜੀ ਪਾਰਟੀਕਲ ਤੋਂ ਬਣੀ, ਲਾਈਟ ਜਿਹੜੇ એનર્ਜੀ ਪਾਰਟੀਕਲ ਤੋਂ ਬਣੀ ਆ ਉਹਨਾਂ ਨੂੰ ਅਸੀਂ ਫੋਟੋਨਸ ਮੰਨਦੇ ਆ। ਤੇ ਅਸੀਂ ਕਹਿੰਦੇ ਜੀ ਫੋਟੋਨ ਦੀ એનર્ਜੀ ਕਿੰਨੀ ਹੋਏਗੀ, ਠੀਕ ਹੈ, ਉਹ ਡਿਪੈਂਡ ਕਰੇਗਾ, फोटोन दी एनर्जी कितनी होएगी वो डिपेंड करेगा जेरे लाइट दे सोर्स तो, जेरे लाइट दे सोर्स तो लाइट रेडिएशंस निकलदियां पईयां, जेरे लाइट सोर्स तो लाइट रेडिएशंस निकलदियां पईयां, ਇਹਦੇ ਤੋਂ ਨਿਕਲਣ ਵਾਲੀ ਰੇਡੀਏਸ਼ਨ ਦੀ ਫ੍ਰੀਕੁਐਂਸੀ ਕਿੰਨੀ, ठीक है, लाइट सोर्स तो जिदा ट्यूबलाइट हो गई, बल्ब हो गया, सनलाइट हो गई या कोई और आर्टिफिशियल सोर्स हो गया, हर सोर्स के अंदर जो वो लाइट रेडिएशन निकलदी ना, तो ਅਸੀਂ ਕਹਿੰਦੇ ਉਹਦੇ अंदर एटम वाइब्रेट करते, उन्होंने वाइब्रेट करन दी जिन्नी फ्रीक्वेंसी ज्यादा होएगी उन्नी ही उन्हां रेडिएशन के अंदर एनर्जी ज्यादा होएगी। ਇਹਦਾ मतलब रेडिएशन दी एनर्जी
ਹਮੇਸ਼ਾ ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗੀ ਫ੍ਰੀਕੁਐਂਸੀ ਆਫ ਰੇਡੀਏਸ਼ਨ। ਜਿਹੜੀ ਰੇਡੀਏਸ਼ਨਸ ਆ ਰਹੀਆਂ, ਇਹਨਾਂ ਰੇਡੀਏਸ਼ਨ ਦੀ ਜਿੰਨੀ ਫ੍ਰੀਕੁਐਂਸੀ ਜ਼ਿਆਦਾ ਹੋਏਗੀ ਉਨੀ ਇਹਨਾਂ ਰੇਡੀਏਸ਼ਨ ਦੇ ਅੰਦਰ એનર્ਜੀ ਵੀ ਜ਼ਿਆਦਾ ਹੋਊ। ਤੇ ਇਹਦੇ ਪ੍ਰਪੋਰਸ਼ਨੈਲਿਟੀ ਸਾਈਨ ਨੂੰ ਹਟਾ ਕੇ ਜੇ ਮੈਂ ਇਕੁਅਲ ਟੂ ਲਾ ਲਾਂ ਤੇ ਜਿਹੜਾ ਕਾਂਸਟੈਂਟ ਲੱਗਦਾ, ਜਿਹੜਾ ਇਹਦੇ ਕਾਂਸਟੈਂਟ ਯੂਜ਼ ਕਰਦੇ ਇਹਨੂੰ ਅਸੀਂ ਕਹਿੰਦੇ ਇਹ ਪਲੈਂਕ ਕਾਂਸਟੈਂਟ। ਔਰ ਇਹਦਾ ਫਾਰਮੂਲਾ ਜਿਹੜਾ ਹੋਏਗਾ ਉਹ ਬਣ ਜਾਂਦਾ એનર્ਜੀ ਬਾਈ ਫ੍ਰੀਕੁਐਂਸੀ। ਇਹਦਾ ਮਤਲਬ ਅਮਾਉਂਟ ਆਫ એનર્ਜੀ ਕਿੰਨੀ ਤੇ ਫ੍ਰੀਕੁਐਂਸੀ ਕਿੰਨੀ, ਦੋਨਾਂ ਦੀ ਡਾਈਮੈਂਸ਼ਨਸ ਪੁੱਟ ਅਪ ਕਰ ਲਓ ਤੇ ਪਲੈਂਕ ਕਾਂਸਟੈਂਟ ਦੀ ਡਾਈਮੈਂਸ਼ਨ ਆ ਜਾਏਗੀ। ਕੀ ਇੰਨੀ ਗੱਲ ਕਲੀਅਰ? Yes, sir. Yes, sir. ਇੱਕ ਟਰਮ ਕੋਈ ਹੋਰ ਬੋਲੀ ਸੀ ਕਿਸੇ ਨੇ? Sir, एक बार रेनॉल्ड वाली सुनाइए उसमें। रेनॉल्ड वाली। ਅਸੀਂ ਇਹ ਕਹਿ ਰਹੇ ਆ ਮੇਰੇ ਹੱਥ 'ਚ ਮੰਨ ਲਓ ਇੱਕ ਪਾਈਪ ਆ ਹਨਾ, ਇਸ ਪਾਈਪ ਦੇ ਵਿੱਚ ਦੀ ਮਿਲਕ, ਹਨੀ, ਵਾਟਰ ਕੋਈ ਵੀ ਲਿਕੁਇਡ ਫਲੋ ਕਰ, ਅਸੀਂ ਇਸ ਪਾਈਪ 'ਚੋਂ ਉਸ ਲਿਕੁਇਡ ਦੇ ਫਲੋ ਨੂੰ ਮੇਜ਼ਰ ਕਰਨਾ ਚਾਹੁੰਦੇ ਪਏ ਕਿ ਵੀ ਉਹ ਸਟ੍ਰੀਮਲਾਈਨ ਫਲੋ ਆ, ਯਾਨੀ ਆਈਡੀਅਲ ਲਿਕੁਇਡ ਦਾ ਫਲੋ ਆ ਕਿ ਨਾਰਮਲ ਟਰਬੂਲੈਂਟ ਫਲੋ ਆ। ਉਹਨੂੰ ਡਿਸਾਈਡ ਕਰਨ ਲਈ ਇਹ 'ਚੋਂ ਫਲੋ ਕਰਨ ਵਾਲੇ ਲਿਕੁਇਡ ਦੀ ਡੈਂਸਿਟੀ ਕਿੰਨੀ ਆ, ਲਿਕੁਇਡ ਦੀ ਵੈਲੋਸਿਟੀ ਕਿੰਨੀ ਆ, ਪਾਈਪ ਦਾ ਡਾਇਆਮੀਟਰ ਕਿੰਨਾ ਵਾ, ਠੀਕ ਹੈ, ਪਾਈਪ ਦੇ ਅੰਦਰ ਫਲੋ ਕਰਨ ਵਾਲੇ ਲਿਕੁਇਡ ਦੀ ਨੇਚਰ ਕੀ ਆ, ਜ਼ਿਆਦਾ ਵਿਸਕਸ ਆ, ਘੱਟ ਵਿਸਕਸ ਆ, ਉਹਨਾਂ ਸਾਰੇ ਫੈਕਟਰਸ ਦੇ ਨਾਲ ਅਸੀਂ ਇੱਕ ਐਸਐਚ ਰੇਨੋਲਡ ਨੰਬਰ ਦਾ ਫਾਰਮੂਲਾ ਲੈ ਲੈਂਦੇ। ਉਸ ਫਾਰਮੂਲੇ ਦੇ ਅਕੋਰਡਿੰਗਲੀ ਉਹ ਸਾਰੇ ਵੇਰੀਏਬਲ ਜਦੋਂ ਪੁੱਟ ਕਰਦੇ ਆ ਨਾ, ਅਸੀਂ ਉਹਦੀ ਕੈਲਕੂਲੇਸ਼ਨ ਕਰਕੇ ਦੇਖਦੇ ਜੇ ਰੇਨੋਲਡ ਨੰਬਰ ਦੀ ਵੈਲਿਊ 0 ਤੋਂ 2000 ਦੇ ਵਿੱਚ ਆ ਗਈ ਫਿਰ ਅਸੀਂ ਲਵਾਂਗੇ ਕਿ ਉਹ ਲਿਕੁਇਡ ਦੇ ਫਲੋ ਨੂੰ ਤੁਸੀਂ ਸਟ੍ਰੀਮਲਾਈਨ ਕੰਸੀਡਰ ਕਰਦੇ। ਜੇ ਉਹਦੀ ਵੈਲਿਊ ਮੋਰ ਦੈਨ 3000 ਆ ਗਈ ਤੇ ਫਿਰ ਅਸੀਂ ਮੰਨਦੇ ਉਹ ਲਿਕੁਇਡ ਦਾ ਫਲੋ ਟਰਬੂਲੈਂਟ ਹੋਏਗਾ। ਕਲੀਅਰ ਆ? ਹਾਂਜੀ ਸਰ। ਹੋਰ ਬੋਲਿਓ ਕੀ ਕਿਹਾ ਸੀਗਾ? Sir, Rydberg constant. Rydberg. ਬੱਚੇ ਆਈਡੀਅਲ ਗੈਸ ਇਕੁਏਸ਼ਨ ਆ ਸਾਡੇ ਕੋਲ, ਕੈਮਿਸਟਰੀ ਚ ਪੜ੍ਹਦੇ ਹੋ ਤੁਸੀਂ, ਠੀਕ ਹੈ, E = nRT, ਠੀਕ ਹੈ ਜੀ। ਇਹਦੇ ਵਿੱਚ ਅਸੀਂ ਅੱਗਿਓਂ ਫਿਰ ਜਿਹੜੀ ਨਾ ਥੋੜਾ ਜਿਹਾ ਇਹਨੂੰ ਐਲੈਬੋਰੇਟ ਕਰਦਾ ਵਾਂ। ਬੇਸਿਕਲੀ ਐਸਐਸ ਤੁਹਾਡੇ ਕੋਲ ਨਾ ਕੁਝ ਕਨਸਟੈਂਟ ਆਉਂਦੇ, ਜਿੱਦਾਂ ਇੱਥੇ ਮੈਂ ਲੈ ਕੇ ਚੱਲਾਂ, ਇਹ ਮੈਂ ਇਕੁਏਸ਼ਨ ਜਿਹੜੀ ਲਿਖੀ ਨਾ ਇਹਨੂੰ ਇਹਦੇ ਕੋਰਸਪੋਂਡਿੰਗ ਜੇ ਮੈਂ એનર્ਜੀ ਲਿਖਣੀ ਹੋਵੇ ਉਹ ਤੇ ਥੋੜਾ ਜਿਹਾ ਇਸ ਚੀਜ਼ ਨੇ ਔਖਾ ਕਰਨਾ। ਇਹ 9th ਯੂਨਿਟ ਦੇ ਵਿੱਚ ਜਾ ਕੇ ਆਪਾਂ ਪ੍ਰੋਪਰ ਪੜਾਂਗੇ। ਅਦਰਵਾਈਜ਼ ਕੈਮਿਸਟਰੀ ਦੇ ਵਿੱਚ ਤੁਸੀਂ ਐਸਐਚ ਇਹ ਟੌਪਿਕ ਇਹ ਟਰਮ ਪੜ੍ਹਨੀ ਰਿਡਬਰਗ ਕਾਂਸਟੈਂਟ ਜਿਹੜਾ ਬੋਲਦਾ ਪਿਆ, ਠੀਕ ਹੈ, ਇਹ ਕੈਮਿਸਟਰੀ ਦੇ ਵਿੱਚ ਬੋਹਰ ਥਿਊਰੀ ਆਫ ਹਾਈਡਰੋਜਨ ਐਟਮ ਵਾਲਾ ਟੌਪਿਕ ਆਏਗਾ, ਠੀਕ ਹੈ, ਉਹਦੇ ਵਿੱਚ ਰਿਡਬਰਗ ਕਾਂਸਟੈਂਟ ਦੀ ਗੱਲ ਆਏਗੀ। ਮੈਂ ਥੋੜਾ ਜਿਹਾ ਹਿੰਟ ਦੇਣਾ ਤੇ ਨਾਲ ਹੀ ਉਹਦੇ ਰਿਲੇਟਡ ਇੱਕ ਹੋਰ ਕਾਂਸਟੈਂਟ ਉਹਦੀ ਗੱਲ ਕਰਾਂਗੇ। ਆਪਾਂ ਕਿਸੇ ਮੰਨ ਲਓ ਕੋਈ ਐਟਮ ਜਾਂ ਮੋਲੀਕਿਊਲ ਮੂਵ ਕਰਦਾ ਪਿਆ, ਮੈਂ ਉਹਦੀ ਕਾਈਨੈਟਿਕ એનર્ਜੀ ਲਿਖਣੀ ਹੋਵੇ, ਠੀਕ ਹੈ, ਉਹਦਾ ਇੱਕ ਫਾਰਮੂਲਾ ਹੁੰਦਾ 3/2 kBT। ਇਹਦੇ ਵਿੱਚ kb ਦੀ ਗੱਲ ਕਰਾਂਗਾ, kb ਵਰਡ ਕਿਹਦੇ ਲਈ, ਉਹਦੇ ਤੋਂ ਪਹਿਲਾਂ ਇਹਨੂੰ ਇਦਾਂ ਲਿਖ ਲੈਣਾ ਕਿ ਜੇ ਇੱਕ ਮੋਲ ਦੇ ਬਰਾਬਰ ਮੇਰੇ ਕੋਲ ਕੋਈ ਗੈਸ ਮੋਲੀਕਿਊਲ ਆ ਜਿਨ੍ਹਾਂ ਨੂੰ ਮੈਂ ਹੀਟ ਕਰਦਾ ਪਿਆ, ਉਹਦਾ ਟੈਂਪਰੇਚਰ ਵਧਾ ਰਿਹਾ ਤੇ ਟੈਂਪਰੇਚਰ ਦੇ ਵਧਣ ਨਾਲ ਉਹਨਾਂ ਗੈਸ ਮੋਲੀਕਿਊਲ ਦੇ ਅੰਦਰ ਮੋਸ਼ਨ ਵਧਣੀ, ਅਸੀਂ ਕਹਿੰਦੇ ਉਹਨਾਂ ਦੀ ਕਾਈਨੈਟਿਕ એનર્ਜੀ ਵਧਣੀ। ਤੇ ਇੱਕ ਮੋਲ ਦੇ ਜਿੰਨੇ ਮੋਲੀਕਿਊਲ ਹੁੰਦੇ ਨੇ ਉਹਦੀ એનર્ਜੀ ਲਿਖੀਏ ਤੇ ਉਹਨੂੰ ਅਸੀਂ ਲਿਖਦੇ 3/2 RT। ਇਹਦੇ ਵਿੱਚ R ਤੇ ਇਸ ਇਕੁਏਸ਼ਨ ਦੇ ਅੰਦਰ R ਜਿਹੜਾ ਵਾ ਇਹਨੂੰ ਗੈਸ ਕਾਂਸਟੈਂਟ ਕਹਿੰਦੇ ਨੇ। ਕੁਝ ਕਾਂਸਟੈਂਟ ਰਲਦੇ ਨੇ, ਰਲਾ ਕੇ ਨਾਲੋਂ ਨਾਲ ਹੀ ਦੱਸ ਦਾਂਗਾ। ਇਹਦਾ ਮਤਲਬ ਇਸ ਫਾਰਮੂਲੇ ਦੇ ਅੰਦਰ ਤੇ ਆਈਡੀਅਲ ਗੈਸ ਇਕੁਏਸ਼ਨ ਦੇ ਅੰਦਰ R ਜਿਹੜਾ ਨਾ ਇਹਨੂੰ ਅਸੀਂ ਗੈਸ ਕਾਂਸਟੈਂਟ ਕਹਿੰਦੇ ਹਾਂ, ਪਹਿਲਾ ਵੇਰੀਏਬਲ, ਠੀਕ ਹੈ। ਇਹ ਮੈਂ એનર્ਜੀ ਲਿਖੀ 1 ਮੋਲ ਦੀ। ਇਸ ਤੋਂ ਬਾਅਦ ਜੇ ਮੈਂ 1 ਮੋਲ ਦੀ ਥਾਂ ਤੇ એનર્ਜੀ 1 ਮੋਲੀਕਿਊਲ ਦੀ ਲਿਖਣੀ ਹੋਵੇ ਤੇ 1 ਮੋਲ ਚ ਜਿਹੜੇ ਮੋਲੀਕਿਊਲ ਆ ਉਹ ਐਵੋਗੈਡਰੋ ਨੰਬਰ ਦੇ ਬਰਾਬਰ, ਤੇ ਮੈਂ 1 ਮੋਲੀਕਿਊਲ ਦੀ એનર્ਜੀ ਲਿਖਣ ਲਈ ਇਹਨੂੰ ਐਸਐਚ ਐਵੋਗੈਡਰੋ ਨੰਬਰ ਦੇ ਨਾਲ ਡਿਵਾਈਡ ਕਰ ਲਾਂਗਾ। ਤੇ ਜਦੋਂ ਇਹਨੂੰ ਮੈਂ ਐਵੋਗੈਡਰੋ ਨੰਬਰ ਨਾਲ ਡਿਵਾਈਡ ਕਰਦਾ ਤੇ ਜਿਹੜਾ ਦੋ ਕਾਂਸਟੈਂਟ ਨੂੰ, ਕਿਉਂਕਿ ਐਵੋਗੈਡਰੋ ਨੰਬਰ ਵੀ ਕਾਂਸਟੈਂਟ ਆ, ਗੈਸ ਕਾਂਸਟੈਂਟ ਵੀ ਕਾਂਸਟੈਂਟ ਆ, ਤੇ ਇਹਨਾਂ ਦੋ ਕਾਂਸਟੈਂਟ ਦੀ ਰੇਸ਼ੋ ਨਾਲ ਇੱਕ ਤੀਜਾ ਕਾਂਸਟੈਂਟ ਬਣਦਾ। ਇਹ ਮੈਂ ਟਰਮ ਤਾਂ ਨਾਲ ਜੋੜ ਲਈ ਕਿ ਅੱਗੇ ਜਾ ਕੇ ਇਹ ਵੀ ਟਰਮ ਆਣੀ ਸਾਹਮਣੇ, ਠੀਕ ਹੈ। ਤੇ ਇਹਦੀ એનર્ਜੀ ਦਾ ਫਾਰਮੂਲਾ 3/2 kBT ਲਿਖੀਦਾ ਸੀ। ਇੱਥੇ ਫਿਰ kB ਨੂੰ ਅਸੀਂ ਬੋਲਟਜ਼ਮੈਨ ਕਾਂਸਟੈਂਟ ਕਹਿੰਦੇ, ਜਿਹਦਾ ਰਿਡਬਰਗ ਕਾਂਸਟੈਂਟ ਆਏਗਾ ਇਹਦੇ ਇੱਥੇ ਬੋਲਟਜ਼ਮੈਨ ਕਾਂਸਟੈਂਟ। क्या इतनी चीज क्लियर है?
एक बार रिपीट करना। वो तो मैं इन्नी गल कही PV इक्वल टू NRT वाली इक्वेशन होवे या 3/2 RT होवे NA छड़ दियो ठीक है इन्हां दोनों दे विच R जिहड़ा ना ये गैस कांस्टेंट आ कुछ स्टैंडर्ड कांस्टेंट होंदे जिदा एक प्लैंक कांस्टेंट आ गया रेडबर्ग कांस्टेंट आ गया इहदे गैस कांस्टेंट आना इहदे एक बोल्ट्जमैन कांस्टेंट आना मैं सारे कांस्टेंट इकट्ठे तुहानूं दस्सण लग्या ठीक है जी इत्थे R जिहड़ा वा इहनूं गैस कांस्टेंट कहंदे हैं ਇਹਦੀ ਵੈਲਿਊ ਕੱਢਣੀ ਤੇ ਇਸ ਆਈਡੀਅਲ ਗੈਸ ਇਕੁਏਸ਼ਨ ਦੀ ਹੈਲਪ ਨਾਲ ਅਸੀਂ ਕੱਢੀ ਦੀ ਆ E ਪ੍ਰੈਸ਼ਰ ਹੋ ਗਿਆ ਗਿਵਨ ਗੈਸ ਦਾ V ਵੋਲਿਊਮ ਆ N ਨੰਬਰ ਆਫ ਮੋਲਸ ਆ T ਟੈਂਪਰੇਚਰ ਆ ਤੇ R ਗੈਸ ਕਾਂਸਟੈਂਟ ਆ ਤੇ ਇੱਕ ਮੋਲੀਕਿਊਲ ਦੀ ਜੇ ਮੈਂ ਇੱਕ ਮੋਲ ਤੋਂ ਇੱਕ ਮੋਲੀਕਿਊਲ ਦੀ ਕਿਨੈਟਿਕ એનર્ਜੀ ਦੱਸਣੀ ਆ ਤੇ ਜਿੰਨੀ એનર્ਜੀ ਇੱਕ ਮੋਲ ਦੀ 3/2 RT ਆ ਉਹਨੂੰ ਐਵੋਗੈਡਰੋ ਨੰਬਰ ਨਾਲ ਡਿਵਾਈਡ ਕਰ ਲਓ ਤੇ ਇਹ એનર્ਜੀ ਇੱਕ ਮੋਲੀਕਿਊਲ ਦੀ ਆ एक मोल दी एनर्जी गैस कांस्टेंट दी फॉर्म च आंदी ते एक मॉलिक्यूल दी एनर्जी बोल्ट्जमैन कांस्टेंट दी फॉर्म च आंदी पहलो इन्नी गल क्लियर यस सर। हुण इदां ही तुसी बोहर थ्योरी पढ़दे ठीक है बोहर थ्योरी ऑफ हाइड्रोजन एक्सक्यूज मी सर। हां जी बच्चे सर एनआर वाला कॉन्सेप्ट नहीं समझ आया सर। पीवी और पीवी में एनआर नहीं पता चला सर क्या है? PV equal to NR ਆਪਾਂ ਇਹ ਲੈ ਕੇ ਚੱਲਦੇ ਹਾਂ ਕੈਮਿਸਟਰੀ ਦੇ ਅੰਦਰ ਕਿ ਆਪਣੇ ਕੋਲ ਐਸਾ ਚ ਕੁਝ ਗੈਸ ਜਿਹੜੀਆਂ ਆਪਣੇ ਕੋਲ ਗੈਸਸ ਨੇ ਅਸੀਂ ਉਹਨਾਂ ਨੂੰ ਦੋ ਕੈਟਾਗਰੀ ਚ ਡਿਵਾਈਡ ਕਰਦੇ ਹਾਂ ਅਸੀਂ ਕਹਿੰਦੇ ਜੀ ਇੱਕ ਮੇਰੇ ਕੋਲ ਆਈਡੀਅਲ ਗੈਸਸ ਨੇ ਇੱਕ ਸਾਡੀਆਂ ਰੀਅਲ ਗੈਸਸ ਨੇ ਪਤਾ ਜੋ ਵਰਡ ਬੋਲਦਾ ਪਿਆ ਪੜਿਆ ਇਦਾਂ ਦਾ ਕੈਮਿਸਟਰੀ ਸਰ ਕਿ ਨਹੀਂ नो सर। नो सर। ਤੇ ਕੈਮਿਸਟਰੀ ਦੇ ਵਿੱਚ ਨਾ ਤੁਹਾਡੇ ਆਊਗਾ ਕਿ ਵੀ ਆਪਣੀਆਂ ਜਿੱਦਾਂ ਅਸੀਂ ਕਹਿੰਦੇ ਜੀ ਬੋਹਰ ਥਿਊਰੀ ਆਫ ਹਾਈਡਰੋਜਨ ਐਟਮ ਤੁਸੀਂ ਜਦੋਂ ਡਿਫਰੈਂਟ ਮਾਡਲ ਆਫ ਐਟਮ ਪੜ੍ਹਦੇ ਹੋ ਠੀਕ ਹੈ ਥਾਮਸਨ ਮਾਡਲ ਰਦਰਫੋਰਡ ਮਾਡਲ ਬੋਹਰ ਥਿਊਰੀ ਫਿਰ ਉਸ ਤੋਂ ਬਾਅਦ ਕੁਆਂਟਮ ਥਿਊਰੀ ਇਹਨਾਂ ਵਿੱਚੋਂ ਬੋਹਰ ਥਿਊਰੀ ਤੱਕ ਜਦੋਂ ਆਪਾਂ ਆਨੇ ਨਾ ਤੇ ਬੋਹਰ ਥਿਊਰੀ ਆਫ ਹਾਈਡਰੋਜਨ ਐਟਮ ਦੇ ਵਿੱਚ ਅਸੀਂ ਕਹਿੰਦੇ ਕਿ ਜਿਹੜੀ ਇਹ ਥਿਊਰੀ ਐਪਲੀਕੇਬਲ ਆ ਇਹ ਆਈਡੀਅਲ ਗੈਸ ਵਾਸਤੇ ਐਪਲੀਕੇਬਲ ਆ मतलब कुछ स्टैंडर्ड कंडीशन लेने जिदा आइडियल गैसेस किनू लवा बहुत डिटेल नहीं खोलांगा नहीं तो टाइम बहुत जाएगा आइडियल गैसेस ਅਸੀਂ ਲੈਣੇ ਉਹਦੀ ਇੱਕ ਅਸੰਪਸ਼ਨ ਲੈਣੇ ਆ ਕਿ ਆਈਡੀਅਲ ਗੈਸ ਦੇ ਜਿਹੜੇ ਮੋਲੀਕਿਊਲਸ ਨੇ ਹਨਾ ਉਹ ਪੁਆਇੰਟ ਸਾਈਜ਼ ਮੋਲੀਕਿਊਲ ਆ ਉਹਦਾ ਕੋਈ ਸਾਈਜ਼ ਨਹੀਂ ਹੁੰਦਾ ਪੁਆਇੰਟ ਆਬਜੈਕਟ ਆ ਉਹ ਰੈਂਡਮਲੀ ਮੂਵ ਕਰਦੇ ਆ ਕਿਸੇ ਵੀ ਡਾਇਰੈਕਸ਼ਨ ਚ ਮੂਵ ਕਰਦੇ ਕੋਈ ਵੀ ਦੋ ਗੈਸ ਮੋਲੀਕਿਊਲ ਦੀ ਆਪਸ ਦੇ ਵਿੱਚ ਕੋਈ ਫੋਰਸ ਆਫ ਅਟਰੈਕਸ਼ਨ ਨਹੀਂ ਹੁੰਦੀ ਇੱਕ ਦੂਜੇ ਤੋਂ ਇਨਫਾਈਨਾਈਟ ਡਿਸਟੈਂਸ ਤੇ ਹੁੰਦੇ ਇਹਨਾਂ ਸਾਰੀਆਂ ਕੰਡੀਸ਼ਨਸ ਨੂੰ ਜਸਟੀਫਾਈ ਕਰਨ ਵਾਲੇ ਜਿਹੜੇ ਗੈਸ ਮੋਲੀਕਿਊਲਸ ਨੇ ਉਹਨਾਂ ਨੂੰ ਅਸੀਂ ਕਹਿੰਦੇ ਉਹ ਆਈਡੀਅਲ ਗੈਸ ਮੋਲੀਕਿਊਲਸ ਆ ਪਹਿਲਾਂ ਇੰਨੀ ਗੱਲ ਸਮਝ ਲੱਗੀ एनआर की वैल्यू पूछी है एनआर की वैल्यू सर एनआर में ਉਹ ਮੇਰੇ ਵੀਰ ਉੱਥੇ ਤੱਕ ਜਾਣੇ ਪਹਿਲਾਂ ਜੋ ਦੱਸਦਾ ਪਿਆ ਕਿ ਉਹ ਸਮਝ ਲੱਗਿਆ यस सर ਉੱਥੇ ਤੱਕ ਹੀ ਲੈ ਕੇ ਪਹੁੰਚਾਂਗਾ n r ਆਪਾਂ ਕਿਉਂ ਲਿਖਿਆ ਉਹਦੀ ਗੱਲ ਤੱਕ ਹੀ ਜਾਵਾਂਗਾ ਪਹਿਲਾਂ ਉਹਦਾ ਕੋਈ ਬੇਸ ਤਾਂ ਦਵਾਂ ਤੈਨੂੰ ਆਪਾਂ ਇਹ ਕਹਿ ਰਹੇ ਹਾਂ ਕਿ ਜਿਹੜੀਆਂ ਫਿਰ ਆਈਡੀਅਲ ਗੈਸਸ ਨੇ ਠੀਕ ਹੈ ਉਹਦੇ ਲਈ ਬੋਹਰ ਥਿਊਰੀ ਸਾਡੇ ਕੋਲ ਪ੍ਰਪੋਜ਼ ਕੀਤੀ ਹੋਈ ਆ ਠੀਕ ਹੈ ਹੁਣ ਉਹਦੇ ਲਈ ਆਈਡੀਅਲ ਗੈਸ ਇਕੁਏਸ਼ਨ मतलब कि किसे गैस का किसे इंस्टेंट ते प्रेशर वॉल्यूम टेंपरेचर ते ओदे नंबर ऑफ मोल्स इन्हां सारियां चीज़ां नूं आपस दे विच असीं रिलेट करना होवे कि भी जे मैं ऐसा च लवां कि भी जे मैं किसे गैस का है ना वॉल्यूम नूं कांस्टेंट रख लिया ठीक है मैं ओदा प्रेशर का ते टेंपरेचर का रिलेशन देखना होवे मैं टेंपरेचर वधावां प्रेशर किदा वधूगा ठीक है प्रेशर ते क्या इफेक्ट आएगा या मान लो मैं प्रेशर नु कांस्टेंट रख लिया वॉल्यूम ते टेंपरेचर किदा आपस लिंक होणगे या टेंपरेचर नु कांस्टेंट रख लवां प्रेशर ते वॉल्यूम आपस किदा लिंक होगे इन्हां सारे पैरामीटर्स नु स्टडी करन लई डिफरेंट लॉ बनने आ उन्हां नूं असीं गैस लॉ कहने आ बॉयल्स लॉ चार्ल्स लॉ ठीक है रेगनॉल्ट लॉ ग्राहम्स लॉ ऑफ डिफ्यूजन ये पुत सारे दे सारे जिन्ने भी लॉ बोलदा पिया ये आइडियल गैसेस वास्ते है ਤੇ ਆਈਡੀਅਲ ਗੈਸਸ ਨੂੰ ਜਸਟੀਫਾਈ ਕਰਨ ਲਈ ਹਨਾ ਪ੍ਰੈਸ਼ਰ ਵੋਲਿਊਮ ਤੇ ਟੈਂਪਰੇਚਰ ਦਾ ਆਪਸ ਵਿੱਚ ਰਿਲੇਸ਼ਨ ਆ ਠੀਕ ਹੈ ਜਿਹਨੂੰ ਅਸੀਂ ਐਸਐਚ ਆ ਇਕੁਏਸ਼ਨ ਜਿਹੜੀ ਲਿਖਦਾ ਪਿਆ ਆ ਜਿਹੜੀ ਇਕੁਏਸ਼ਨ ਲਿਖਦਾ ਪਿਆ PV = NRT ਇਹ ਉਸ ਇਕੁਏਸ਼ਨ ਨੂੰ ਜਸਟੀਫਾਈ ਕਰਦੀ ਇਹਦੇ ਵਿੱਚ P ਮੇਰੇ ਕੋਲ ਕਿਸੇ ਵੀ ਇਨਸਟੈਂਟ ਤੇ ਗੈਸ ਦਾ ਪ੍ਰੈਸ਼ਰ ਆ V ਉਸ ਗੈਸ ਦਾ ਵੋਲਿਊਮ ਆ T ਉਸ ਗੈਸ ਦਾ ਟੈਂਪਰੇਚਰ ਹੋਏਗਾ N ਉਸ ਗੈਸ ਦੇ ਨੰਬਰ ਆਫ ਮੋਲੀਕਿਊਲਸ ਆ
ਤੇ ਉਹਦਾ ਪ੍ਰਪੋਰਸ਼ਨੈਲਿਟੀ ਕਾਂਸਟੈਂਟ ਜਿਹੜਾ ਵਾ ਇਕੁਅਲ ਟੂ ਲਾਣ ਵਾਸਤੇ ਉਹ ਮੇਰਾ ਗੈਸ ਕਾਂਸਟੈਂਟ ਹੈ। ਕਿ ਇੰਨੀ ਗੱਲ ਸਮਝ ਲੱਗੀ ਜੀ? Yes, sir. Yes, sir. ਜੋ ਪੁੱਛ ਰਿਹਾ ਸੀ ਗੱਲ ਸਮਝ ਆਈ ਬੇਟਾ? ਅਨੁਪਮ Yes, sir. ਹੈਗਾ ਅਨੁਪਮ ਤੇ ਬਿਨਾ ਮੈਨੂੰ ਲੱਗਦਾ ਉਹ ਲਿੰਕ ਹੀ ਟੁੱਟ ਰਿਹਾ। ਅਨੁਪਮ ਸਮਝ ਆਇਆ ਜੋ ਪੁੱਛ ਰਿਹਾ ਸੀ ਤੂੰ ਬੇਟੇ? यस सर समझ आ गया। तो NR ਜਿਹੜਾ ਇਸ ਰਿਲੇਸ਼ਨ ਚ ਆ ਗਿਆ ਇਹ ਨੰਬਰ ਆਫ ਮੋਲ ਤੇ ਗੈਸ ਕਾਂਸਟੈਂਟ। ਇਦਾਂ ਹੀ ਅਸੀਂ ਕਿਸੇ ਗੈਸ ਮੋਲੀਕਿਊਲ ਦੀ ਹੈਨਾ ਟੈਂਪਰੇਚਰ ਦੇ ਚੇਂਜ ਨਾਲ એનર્ਜੀ ਮੈਜ਼ਰ ਕਰਨੀ ਹੋਵੇ ਤੇ ਪੁੱਤ ਉਹਦੀ એનર્ਜੀ ਦਾ ਫਾਰਮੂਲਾ ਸਾਡੇ ਕੋਲ ਆਉਂਦਾ ਹੁੰਦਾ 3/2 RT। ਇਹ ਇੱਕ ਮੋਲ ਦੀ ਜਿੰਨੀ એનર્ਜੀ ਆ ਗੈਸ ਮੋਲੀਕਿਊਲ ਦੀ ਇਹ ਉਹਦਾ ਫਾਰਮੂਲਾ। H ਵੀ R ਗੈਸ ਕਾਂਸਟੈਂਟ ਹੈ, T ਉਸ ਗੈਸ ਦਾ ਟੈਂਪਰੇਚਰ। ਤੇ ਜੇ ਮੈਂ ਇਸ ਮੂਵਮੈਂਟ ਤੇ ਇਹ ਕਵਾਂ ਇੱਕ ਮੋਲ ਦੀ એનર્ਜੀ ਨਹੀਂ ਦੱਸ ਕੇ ਇੱਕ ਮੋਲੀਕਿਊਲ ਦੀ એનર્ਜੀ ਦੱਸੋ ਤੇ ਅਸੀਂ ਕਹਿੰਦੇ ਇੱਕ ਮੋਲ ਦੇ ਅੰਦਰ ਜਿਹੜੇ ਮੋਲੀਕਿਊਲਸ ਨੇ ਉਹ ਐਵੋਗੈਡਰੋ ਨੰਬਰ ਦੇ ਬਰਾਬਰ ਹੁੰਦੇ। ਤੇ ਤੁਸੀਂ ਐਸਐਚ ਇਸ ਨੂੰ ਇੱਕ ਮੋਲ ਦੀ ਥਾਂ ਤੇ ਜੇ ਇੱਕ ਮੋਲੀਕਿਊਲ ਦੀ એનર્ਜੀ ਦੱਸਣੀ ਆ ਤੇ ਇਹਨੂੰ ਨੰਬਰ ਆਫ ਮੋਲੀਕਿਊਲ ਦੇ ਨਾਲ ਡਿਵਾਈਡ ਕਰੋ। ਕਿੰਨੇ ਮੋਲੀਕਿਊਲ ਨਾਲ ਡਿਵਾਈਡ ਕਰਨਾ? ਜਿੰਨੇ ਐਵੋਗੈਡਰੋ ਨੰਬਰ ਦੇ ਵਿੱਚ ਹੁੰਦੇ। ਹੁਣ ਗੈਸ ਕਾਂਸਟੈਂਟ ਵੀ ਕਾਂਸਟੈਂਟ ਆ है ना, Na ਦੀ ਵੈਲਿਊ ਵੀ ਕਾਂਸਟੈਂਟ ਆ। ਗੈਸ ਕਾਂਸਟੈਂਟ ਦੀ ਵੈਲਿਊ ਲਿਖ ਕੇ ਦੇ ਰਿਹਾ। ਗੈਸ ਕਾਂਸਟੈਂਟ ਦੀ ਵੈਲਿਊ ਹੁੰਦੀ ਆ 8.314 ਜਾਊਲ ਪਰ ਮੋਲ ਪਰ ਕੈਲਵਿਨ। ਇਹ ਮੈਂ ਵੈਲਿਊ ਸਿੱਧੀ ਲਿਖ ਦਿੱਤੀ ਤੁਹਾਨੂੰ, ਠੀਕ ਹੈ। ਅੱਗੇ ਜਾ ਕੇ ਇਹਦੀ ਆਪਾਂ ਡੈਰੀਵੇਸ਼ਨ ਵੀ ਆਪਣੇ ਸਿਲੇਬਸ ਚ ਆਏਗੀ 8th ਯੂਨਿਟ ਦੇ ਵਿੱਚ ਜਾ ਕੇ, ਹਜੇ ਗੱਲ ਨਹੀਂ ਉਹਦੀ ਕਰਾਂਗਾ। ਸੋ ਆ ਗੈਸ ਕਾਂਸਟੈਂਟ ਤੇ ਐਵੋਗੈਡਰੋ ਨੰਬਰ ਨੂੰ ਡਿਵਾਈਡ ਕਰਕੇ ਇੱਕ ਨਵਾਂ ਕਾਂਸਟੈਂਟ ਜਨਰੇਟ ਹੁੰਦਾ ਉਹਨੂੰ ਅਸੀਂ ਬੋਲਟਜ਼ਮੈਨ ਕਾਂਸਟੈਂਟ ਕਹਿੰਦੇ ਨੇ। ਕਿਆ ਇੰਨੀ ਗੱਲ ਸਮਝ ਲੱਗੀ? Yes, sir. Yes, sir. ਇੰਨਾ ਕਲੀਅਰ ਹੈ ਤਾਂ ਮੈਨੂੰ ਬੋਲੋ ਜੀ ਇਹ ਦੋ ਕਾਂਸਟੈਂਟ ਕਵਰ ਕਰਦਾ ਪਿਆ, ਇੱਕ ਗੈਸ ਕਾਂਸਟੈਂਟ ਤੇ ਇੱਕ ਬੋਲਟਜ਼ਮੈਨ ਕਾਂਸਟੈਂਟ। ਤੇ ਮੈਂ ਹੁਣ ਆਵਾਂ ਰੇਟਬਰਗ ਕਾਂਸਟੈਂਟ ਤੇ, ਜਲਦੀ ਜਲਦੀ। Clear, sir. Clear, sir. ਚਲੋ ਹੁਣ ਇਦਾਂ ਹੀ ਤੁਸੀਂ ਜਦੋਂ ਐਸਐਚ ਇਹਨਾਂ ਗੈਸ ਇਕੁਏਸ਼ਨ ਨੂੰ ਡਰਾਈਵ ਕਰਦੇ ਹੋ ਨਾ ਤੇ ਅਸੀਂ ਇੱਕ ਟੌਪਿਕ ਪੜਾਂਗੇ ਕੈਮਿਸਟਰੀ ਦੇ ਅੰਦਰ ਫਿਜ਼ਿਕਸ +2 ਚ ਜਾ ਕੇ, ਬੋਹਰ ਥਿਊਰੀ ਆਫ ਹਾਈਡਰੋਜਨ ਐਟਮ। ਤੇ ਪੁੱਤ ਜਦੋਂ ਅਸੀਂ ਇਹ ਕਹਿੰਦੇ ਕਿ ਕੋਈ ਇਲੈਕਟ੍ਰੋਨ ਨਿਊਕਲੀਅਸ ਦੇ ਅਰਾਊਂਡ ਮੂਵ ਕਰਦਾ ਪਿਆ, ਕੋਈ ਇਲੈਕਟ੍ਰੋਨ ਨਿਊਕਲੀਅਸ ਦੇ ਅਰਾਊਂਡ ਮੂਵ ਕਰਦਾ ਪਿਆ ਤੇ ਜਦੋਂ ਇਲੈਕਟ੍ਰੋਨ ਮੂਵ ਕਰੇਗਾ ਉਹਦੇ ਕੋਲ ਦੋ ਤਰ੍ਹਾਂ ਦੀ એનર્ਜੀ ਹੋਏਗੀ। ਇੱਕ ਉਹਦੀ ਮੋਸ਼ਨ ਕਰਕੇ ਉਹਦੇ ਕੋਲ ਕਾਈਨੈਟਿਕ એનર્ਜੀ ਹੋਏਗੀ, ਸੈਕਿੰਡ ਉਹਦੀ ਨਿਊਕਲੀਅਸ ਤੋਂ ਡਿਸਟੈਂਸ ਕਰਕੇ ਪੋਟੈਂਸ਼ੀਅਲ એનર્ਜੀ ਹੋਏਗੀ। ਅਸੀਂ ਜਦੋਂ ਐਸਐਚ ਇਲੈਕਟ੍ਰੋਨ ਦੀ ਟੋਟਲ એનર્ਜੀ ਲਿਖਾਂਗੇ, ਜਦੋਂ ਅਸੀਂ ਇਲੈਕਟ੍ਰੋਨ ਦੀ ਟੋਟਲ એનર્ਜੀ ਦੀ ਵੈਲਿਊ ਲਿਖਦੇ ਨਾ ਉਹਦੇ ਵਿੱਚ ਕੁਝ ਸਟੈਂਡਰਡ ਕਾਂਸਟੈਂਟ ਆਉਂਦੇ ਆ। ਮੈਂ ਇੱਕ ਫਾਰਮੂਲਾ ਲਿਖਣ ਲੱਗਿਆ, ਠੀਕ ਹੈ ਜੀ, ਉਹ ਟੋਟਲ એનર્ਜੀ ਦੇ ਵਿੱਚ ਅਸੀਂ ਚੁੱਕਿਆ ਵਾ ਬੇਟਾ, ਠੀਕ ਹੈ। ਉਹਦੀ ਗੱਲ ਸਮਝ ਲਿਓ। ਜਿਹੜਾ ਤੁਹਾਡੇ ਕੋਲ ਫਾਰਮੂਲਾ ਆਏਗਾ ਵੈਲਿਊ ਆ ਆਏਗੀ 2π² k² e⁴ ਇਹ ਕੁਝ ਇੱਕ ਟਰਮ ਕੰਬਾਈਨ ਕਰ ਰਿਹਾ, ਬਾਅਦ ਚ ਸਿੰਪਲੈਸਟ ਮੀਨ ਇਹਦਾ ਦੇ ਦਾਂਗੇ। ਬੋਹਰ ਥਿਊਰੀ ਦੇ ਅੰਦਰ ਜਦੋਂ ਅਸੀਂ ਇਲੈਕਟ੍ਰੋਨ ਦੀ ਟੋਟਲ એનર્ਜੀ ਕੱਢਦੇ ਆ 12 mv² ਉਹਦੀ ਕਾਈਨੈਟਿਕ એનર્ਜੀ ਆ ਇਲੈਕਟ੍ਰੋਨ ਦੀ, ਠੀਕ ਹੈ। ਤੇ ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ ਹੁੰਦਾ Q1 Q2/R। ਬੱਚੇ ਥੋੜਾ ਜਿਹਾ ਇਹਨਾਂ ਚੀਜ਼ਾਂ ਨੇ ਔਖਾ ਕਰਨਾ, ਠੀਕ ਹੈ, ਪਰ ਆਪਾਂ ਨੂੰ ਲੋੜ ਨਹੀਂ ਪੈਣੀ, ਸਿਰਫ ਸਮਝ ਲਿਓ ਇੱਕ ਵਾਰੀ ਜੋ ਦੱਸਦਾ ਪਿਆ। ਜਿਹੜਾ ਨਿਊਕਲੀਅਸ ਦਾ ਚਾਰਜ ਕਿੰਨਾ ਉਹ ਮੈਨੂੰ ਪਤਾ ਹੋਵੇ, ਜਿਹੜਾ ਇਲੈਕਟ੍ਰੋਨ ਆ ਉਹਦਾ ਚਾਰਜ ਪਤਾ ਹੋਵੇ, ਇਲੈਕਟ੍ਰੋਨ ਤੇ ਨਿਊਕਲੀਅਸ ਦੇ ਵਿਚਲਾ ਡਿਸਟੈਂਸ ਪਤਾ ਹੋਵੇ, ਠੀਕ ਹੈ। ਇਹ ਸਾਰੇ ਵੇਰੀਏਬਲ ਪੁੱਟ ਅਪ ਕਰਾਂ ਔਰ k ਇੱਥੇ ਕਿਹਨੂੰ ਕਹਿ ਰਿਹਾ, ਇੱਕ ਤੁਹਾਡੇ ਲਈ ਨਵੀਂ ਟਰਮ ਹੋਏਗੀ, ਇਹਨੂੰ ਅਸੀਂ ਕਹਿੰਦੇ ਇਲੈਕਟ੍ਰੋਸਟੈਟਿਕ ਫੋਰਸ ਕਾਂਸਟੈਂਟ। 10th ਵਿੱਚ ਥੋੜਾ ਜਿਹਾ ਤੁਸੀਂ ਇੱਕ ਟੌਪਿਕ ਪੜਿਆ ਵਾ ਕੂਲਮਸ ਲਾਅ, ਪੜਿਆ ਜੋ ਨਾਮ ਬੋਲਦਾ ਪਿਆ? Yes, sir. Yes, sir. ਕੂਲਮਸ ਲਾਅ ਮੈਨੂੰ ਇਹ ਦੱਸਦਾ ਸੀ ਪੁੱਤ ਕਿ ਜੇ ਮੇਰੇ ਕੋਲ ਦੋ ਚਾਰਜ ਪਾਰਟੀਕਲ ਦਿੱਤੇ ਆ Q1 Q2 ਔਰ ਉਹਦਾ ਗੈਪ R ਹੋਏਗਾ, ਠੀਕ ਹੈ, ਤੇ ਇਹਨਾਂ ਦੋ ਚਾਰਜ ਦੇ ਵਿਚਲੀ ਫੋਰਸ ਜਿਹੜੀ ਆ ਉਹ ਚਾਰजेस ਦੀ ਸਟਰੈਂਥ ਦੇ ਡਾਇਰੈਕਟ ਪ੍ਰੋਪੋਰਸ਼ਨਲ ਤੇ ਇਨਵਰਸਲੀ ਪ੍ਰੋਪੋਰਸ਼ਨਲ ਟੂ R²। ਤੇ ਜੇ ਮੈਂ ਇੱਥੇ ਆ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾ ਕੇ ਇਕੁਅਲ ਟੂ ਲਾਣਾ ਨਾ ਤੇ ਇੱਥੇ ਜਿਹੜਾ ਕਾਂਸਟੈਂਟ ਲੱਗਦਾ ਇਹਨੂੰ ਇਲੈਕਟ੍ਰੋਸਟੈਟਿਕ ਕਾਂਸਟੈਂਟ ਕਹਿੰਦੇ, ਠੀਕ ਹੈ। ਸੋ ਇੱਥੇ ਚਾਰਜ ਆਫ ਇਲੈਕਟ੍ਰੋਨ ਤੇ ਚਾਰਜ ਆਫ ਨਿਊਕਲੀਅਸ ਇਹ ਸਾਰੀ ਕੈਲਕੂਲੇਸ਼ਨ ਕਰਨ ਤੋਂ ਬਾਅਦ ਜਾ ਕੇ ਫਾਈਨਲੀ ਜਿਹੜਾ ਰਿਲੇਸ਼ਨ ਬਣੇਗਾ એનર્ਜੀ ਦਾ, ਉਸ એનર્ਜੀ ਦੇ ਫਾਰਮੂਲੇ ਦੇ ਅੰਦਰ ਮੇਰੇ ਕੋਲ ਆ ਕੁਝ ਸਟੈਂਡਰਡ ਟਰਮ ਆਣੀ,
ये कुछ स्टैंडर्ड टर्म आनियां 2 पाई मेरा कांस्टेंट आ m हो सकदा ये टर्म थोड़ी जी तुहानू पुत वेग लगनी आ ਉਹਦਾ ਕਾਰਨ ਇਹ ਕਿ ਵੀ ਇਹ ਟਰਮ ਹਜੇ ਕੈਮਿਸਟਰੀ ਫਿਜ਼ਿਕਸ ਦੋਨਾਂ ਥਾਂ ਤੇ ਕਿਤੇ ਨਹੀਂ ਆਣੀ ਬਹੁਤ ਅੱਗੇ ਜਾ ਕੇ ਆਣੀਆਂ ਹਜੇ ਠੀਕ ਹੈ m ਇਹਦੇ ਵਿੱਚ ਮਾਸ ਆਫ ਇਲੈਕਟ੍ਰੋਨ ਆ k ਜਿਹੜਾ ਵਾ ਇਹਦੇ ਅੰਦਰ ਉਹ ਇਲੈਕਟ੍ਰੋਸਟੈਟਿਕ ਕਾਂਸਟੈਂਟ ਆ e ਮੇਰਾ ਚਾਰਜ ਆਫ ਇਲੈਕਟ੍ਰੋਨ ठीक है c मेरे को स्पीड ऑफ लाइट आ ते h मेरा प्लैंक कांस्टेंट ये सारे दे सारी टर्म मास ऑफ इलेक्ट्रॉन भी कांस्टेंट हुंदा चार्ज ऑफ इलेक्ट्रॉन भी कांस्टेंट हुंदा स्पीड ऑफ लाइट भी कांस्टेंट हुंदी h प्लैंक कांस्टेंट दी वैल्यू भी फिक्स हुंदी k दी वैल्यू भी फिक्स आ ਇਹਦਾ मतलब सारे दे सारे डिफरेंट टाइप दे कांस्टेंट आ ਇਹਨਾਂ ਸਾਰੇ कांस्टेंट ਨੂੰ ਜੇ ਮੈਂ ਇੱਕ ਸਿੰਗਲ ਟਰਮ ਦੇ ਨਾਲ ਰਿਪਲੇਸ ਕਰਨਾ ਹੋਵੇ ਬੋਹਰ ਥਿਊਰੀ ਚ ਜਾ ਕੇ ਤੇ ਇਹਨੂੰ ਅਸੀਂ ਐਸ ਐਚ ਆਰ ਦੇ ਨਾਲ ਰਿਪਲੇਸ ਕਰਦੇ ਪਰ ਇਹ ਆਰ ਜਿਹੜਾ ਲਿਖਦਾ ਪਿਆ ਇਹ ਗੈਸ ਕਾਂਸਟੈਂਟ ਨੂੰ ਨਹੀਂ ਕਹਿ ਰਿਹਾ ਇਹਨਾਂ ਸਾਰੇ ਕਾਂਸਟੈਂਟ ਨੂੰ ਮਿਲਾ ਕੇ ਇੱਕ ਅਸੀਂ ਕਾਂਸਟੈਂਟ ਦਾ ਨਾਮ ਦਿੰਦੇ which is called as a Rydberg constant ਪਹਿਲੇ ਇੰਨੀ ਗੱਲ ਸਮਝ ਲੱਗੀ Yes, sir. देखो एक चीज क्लियर करा ये टर्म थोड़ा जिहा तुहानू औखा जरूर करेगी क्योंकि बिल्कुल नवी टर्म आ किते भी नहीं पढ़ी हुई ठीक है जी ते इहनू शॉर्टकट च याद करन दा मैथड हुण जे मैं ये कहां कि सर आ किथों याद रहूगा 2 पाई स्क्वायर m k स्क्वायर सारा फार्मूला ते नहीं याद रखन दी लोड़ इहदी जगह ते सिर्फ एक चीज याद रख लियो जो दसन लग्या हुण कि रेडबर्ग कांस्टेंट जेड़ा ਅਸੀਂ ਇਹਦਾ ਦੂਜਾ ਨਾਮ ਜਿਹੜਾ ਇਹਨੂੰ ਵੇਵ ਨੰਬਰ ਦੀ ਫਾਰਮ ਚ ਵੀ ਕਹਿੰਦੇ ਉਹ ਤੇ ਟਰਮ ਥੋੜੀ ਜੀ ਬਾਰ-ਬਾਰ ਕਹਾਂਗਾ ਧਿਆਨ ਨਾਲ ਕਰਨ ਵਾਲੀ ਹੈਗੀ ਤੁਹਾਡੇ ਠੀਕ ਹੈ ਵੇਵ ਨੰਬਰ ਕਿਹਨੂੰ ਕਹਿੰਦੇ ਕਿ ਵੀ ਇਹ ਐਸਐਚ ਮੇਰੇ ਕੋਲ ਜਿਹੜਾ ਵਾ ਸੌਰੀ ਇਹ ਮੇਰੇ ਕੋਲ ਐਸਐਚ ਜਿਹਨੂੰ ਅਸੀਂ ਵੇਵ ਨੰਬਰ ਕਹਿੰਦੇ ਆ ਵੇਵ ਨੰਬਰ ਇੱਕ ਡੈਫੀਨੇਸ਼ਨ ਆਂਦੀ ਆ ਇੱਕ ਟਰਮ ਆਂਦੀ ਸਾਡੇ ਕੋਲ ਨੰਬਰ ਆਫ ਵੇਵਸ ਕੰਪਲੀਟਡ ਇਨ 1 ਮੀਟਰ ਲੈਂਥ ਜੇ ਮੇਰੇ ਕੋਲ ਆ 1 ਮੀਟਰ ਲੰਬੀ ਲੈਂਥ ਹੋਵੇ ਇਸ 1 ਮੀਟਰ ਲੈਂਥ ਦੇ ਵਿੱਚ ਜਿੰਨੀਆਂ ਨੰਬਰ ਆਫ ਵੇਵਸ ਆਈਆਂ ਹੋਣਗੀਆਂ ਇਸ 1 ਮੀਟਰ ਲੌਂਗ ਲੈਂਥ ਵਿੱਚ ਜਿੰਨੀਆਂ ਨੰਬਰ ਆਫ ਵੇਵਸ ਹੋਣਗੀਆਂ ਹਨਾ ਉਹਦਾ ਨਾਮ ਵੇਵ ਨੰਬਰ ਹੁੰਦਾ ਇਹਨੂੰ ਅਸੀਂ ਐਸਐਚ ਨਿਊ ਬਾਰ ਲਿਖਦੇ ਹਾਂ ਕੱਲਾ ਨਿਊ ਸਿੰਬਲ ਫ੍ਰੀਕੁਐਂਸੀ ਦਾ ਹੁੰਦਾ ਜੇ ਉਹਦੇ ਤੇ ਮੈਂ ਬਾਰ ਸਾਈਨ ਪਾ ਲਾਂ ਥੋੜੀ ਜੀ ਬਾਰ-ਬਾਰ ਕਹਾਂਗਾ ਕਨਫਿਊਜ਼ਨ ਆ ਉਹਦਾ ਕਾਰਨ ਇਹ ਆ ਕਿ ਵੀ ਬਹੁਤ ਸਾਰੀਆਂ ਟਰਮ ਵਿੱਚ ਐਡ ਹੁੰਦੀਆਂ ਜਾ ਰਹੀਆਂ ठीक है वेव नंबर ठीक है जी ਅਸੀਂ डिफाइन करते हैं रेसिप्रोकल ऑफ कहना जी एसएच वेवलेंथ ਨੂੰ ਤੇ ਇਹਦਾ ਯੂਨਿਟ ਜਿਹੜਾ ਹੋਏਗਾ ਉਹ ਪਰ ਮੀਟਰ ਠੀਕ ਹੈ ਇਹਦਾ ਮਤਲਬ ਜੇ ਮੈਂ ਰਿਨੋਲਡ ਨੰਬਰ ਦੀ ਡਾਈਮੈਂਸ਼ਨ ਯਾਦ ਕਰਨੀ ਹੋਵੇ ਤੇ ਉਹ l-1 ਬਣੇਗੀ ਕਿਉਂਕਿ ਰਿਨੋਲਡ ਨੰਬਰ ਦਾ ਯੂਨਿਟ ਸੇਮ ਐਸ ਦੈਟ ਆਫ ਵੇਵ ਨੰਬਰ ਤੇ ਵੇਵ ਨੰਬਰ ਦਾ ਮਤਲਬ ਹੁੰਦਾ ਨੰਬਰ ਆਫ ਵੇਵਸ ਕੰਪਲੀਟਡ ਪਰ ਯੂਨਿਟ ਲੈਂਥ ਕਿੰਨੀਆਂ ਨੰਬਰ ਆਫ ਵੇਵਸ 1 ਮੀਟਰ ਲੈਂਥ ਦੇ ਵਿੱਚ ਆਉਂਦੀਆਂ ਠੀਕ ਹੈ ਜੀ ਉਹਦੀ ਗਿਣਤੀ ਨੂੰ ਅਸੀਂ ਐਸਐਚ ਵੇਵ ਨੰਬਰ ਕਹਿੰਦੇ ਤੇ ਮੈਥਮੈਟਿਕਲੀ ਵੇਵ ਨੰਬਰ ਤੇ ਰਿਨੋਲਡ ਨੰਬਰ ਠੀਕ ਹੈ ਜੀ ਇਹ ਦੋਨੋਂ ਟਰਮ ਯੂਨਿਟ ਵਾਈਜ਼ ਤੇ ਡਾਈਮੈਂਸ਼ਨ ਵਾਈਜ਼ ਸੇਮ ਹੈਗੀ ਤੇ ਜੇ ਰਿਨੋਲਡ ਨੰਬਰ ਨੂੰ ਡਿਟੇਲ ਚ ਪੜਨਾ ਤੇ ਮੈਨੂੰ ਬੋਹਰ ਥਿਊਰੀ ਆਂਦੀ ਹੋਣੀ ਚਾਹੀਦੀ क्या इतनी गल समझ आई सर ये एटॉमिक साइजेस में या फिर हम ये जैसे साउंड की भी कह सकते हैं साउंड की जो वेव्स हैं ਲਾਈਟ ਵੇਵ ਆ ਗਈਆਂ ਸਾਊਂਡ ਵੇਵ ਆ ਗਈਆਂ ਇਲੈਕਟ੍ਰੋਨ ਦੇ ਆਪਣੇ ਆਰਬਿਟ ਦੇ ਵਿੱਚ ਜਦੋਂ ਮੂਵ ਕਰਦਾ ਠੀਕ ਹੈ ਤੇ ਅਸੀਂ ਕਹਿੰਦੇ ਕਿ ਇਲੈਕਟ੍ਰੋਨ ਦਾ ਵੇਵ ਕਰੈਕਟਰ ਵੀ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਜੁੜਦੀਆਂ ਵਾ ਇੱਕ ਡੀ ਬ੍ਰੋਗਲੀ ਕਨਸੈਪਟ ਆਂਦਾ ਜਿਹੜਾ ਇਹ ਕਹਿੰਦਾ ਕਿ ਜਦੋਂ ਇਲੈਕਟ੍ਰੋਨ ਆਪਣੇ ਆਰਬਿਟ ਦੇ ਵਿੱਚ ਮੂਵ ਕਰਦਾ ਤੇ ਇਲੈਕਟ੍ਰੋਨ ਦਾ ਕੱਲਾ ਪਾਰਟੀਕਲ ਨੇਚਰ ਨਹੀਂ ਹੁੰਦਾ ਇਲੈਕਟ੍ਰੋਨ ਦੇ ਪਾਰਟੀਕਲ ਨੇਚਰ ਦੇ ਨਾਲ ਨਾਲ ਉਹਦੀ ਵੇਵ ਨੇਚਰ ਵੀ ਆ ਮਤਲਬ ਜਿਵੇਂ ਆ ਦਿਖਾਵਾਂ ਕਿ ਇਲੈਕਟ੍ਰੋਨ ਇਸ ਆਰਬਿਟ ਚ ਘੁੰਮਦਾ ਵਾ ਹਨਾ ਤੇ ਪੁੱਤ ਇੱਥੇ ਅਸੀਂ ਇਲੈਕਟ੍ਰੋਨ ਦੀਆਂ ਨਾਲੋਂ ਨਾਲ ਅਸੀਂ ਕਹਿੰਦੇ ਇਲੈਕਟ੍ਰੋਨ ਇਹਦਾ ਦੀਆਂ ਇੱਥੇ ਵੇਵਸ ਬਣਾ ਕੇ ਚੱਲਦਾ ਇਲੈਕਟ੍ਰੋਨ ਕੱਲਾ ਸਰਕਲ ਚ ਨਹੀਂ ਘੁੰਮੀ ਜਾਂਦਾ ਅਸੀਂ ਕਹਿੰਦੇ ਜੋ ਆਪਣੀ ਵੇਵ ਪ੍ਰੋਡਿਊਸ ਕਰਦਾ ਹਾਊ ਮੈਨੀ ਨੰਬਰ ਆਫ ਵੇਵਸ ਆਰ ਕੰਪਲੀਟਡ ਬਾਈ ਐਨ ਇਲੈਕਟ੍ਰੋਨ ਠੀਕ ਹੈ ਜੀ ਪਰ ਯੂਨਿਟ ਲੈਂਥ ਠੀਕ ਹੈ ਉਸ ਟਰਮ ਦਾ ਨਾਮ ਮੇਰੇ ਕੋਲ ਜਿਹੜਾ ਉਹ ਵੇਵ ਨੰਬਰ ਤੇ ਰਿਨੋਲਡ ਨੰਬਰ ਦਾ ਯੂਨਿਟ ਤੇ ਡਾਈਮੈਂਸ਼ਨ ਹਨਾ ਇਟ ਇਜ਼ ਸਿਮਿਲਰ ਟੂ ਦੈਟ ਆਫ ਦਾ ਵੇਵ ਨੰਬਰ ਇਹ ਸ਼ਾਰਟਕਟ ਹੋਏਗਾ ਜੇ ਤੋਂ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ ਤੇ ਜੇ ਕੰਪਲੀਟ ਡਿਟੇਲ ਆਪਾਂ ਰਿਡਬਰਗ ਕਾਂਸਟੈਂਟ ਦੀ ਪੜ੍ਹਨੀ ਆ ਹਨਾ ਫਿਰ ਮੈਨੂੰ ਬੋਹਰ ਥਿਊਰੀ ਦੇ ਅੰਦਰ ਟੋਟਲ એનર્ਜੀ ਆਫ ਇਲੈਕਟ੍ਰੋਨ ਕੱਢਣੀ ਆਣੀ ਚਾਹੀਦੀ
ਉਹਦੇ ਫਾਰਮੂਲੇ ਦੀ ਡੈਰੀਵੇਸ਼ਨ ਦੇ ਵਿੱਚ ਰਿਡਬਰਗ ਕਾਂਸਟੈਂਟ ਆਉਂਦਾ। ਕਲੀਅਰ ਹੈ ਗੱਲ ਜੀ? Yes, sir. Yes, sir. ਰਿਡਬਰਗ ਕਾਂਸਟੈਂਟ नहीं सर साहिल। ਸਾਹਿਲ ਕਲੀਅਰ ਆ? हाँ जी हाँ जी। ਉਹਦੇ ਸੌਖਾ ਢੰਗ ਇਹ ਹੋਏਗਾ ਨਹੀਂ ਯਾਦ ਰੱਖਣਾ ਕਿ ਰਿਡਬਰਗ ਕਾਂਸਟੈਂਟ ਜਿਹੜਾ ਵਾ ਹਨਾ ਉਹ ਵੇਵ ਨੰਬਰ ਦੇ ਕੰਪੈਰੀਟਿਵ ਚੱਲੇਗਾ ਤੇ ਯੂਨਿਟ ਤੇ ਡਾਈਮੈਂਸ਼ਨ ਉਹਦੀਆਂ ਸੇਮ ਵੇਵ ਨੰਬਰ ਵਾਲੀਆਂ ਵਿਚ ਇਜ਼ ਰੈਸੀਪ੍ਰੋਕਲ ਆਫ ਦਾ ਕਿੰਨਾ ਜੀ ਵੇਵ ਲੈਂਥ। ਓਕੇ ओके सर। ਚਲ ਹੋਰ ਕਿਸੇ ਦਾ ਡਾਊਟ ਤੇ ਜਲਦੀ ਜਲਦੀ ਬੋਲੂਗੇ ਨਹੀਂ ਤਾਂ ਫਿਰ ਮੈਂ ਨੈਕਸਟ ਸ਼ੁਰੂ ਕਰਾਂ ਜਿਹੜੀ ਗੱਲ ਮੈਂ सर एक बारी प्लैंक्स कांस्टेंट समझा दो। ਹਾਂ ਬਤਾ ਜ਼ਰੂਰ ਬੱਚੇ ਮੈਂ ਇਹ ਕਿਹਾ ਬੇਟਾ ਅਸੀਂ ਕਹਿੰਦੇ ਆ ਕਿ ਵੀ ਕਿਸੇ ਵੀ ਲਾਈਟ ਦੇ ਸੋਰਸ ਤੋਂ ਜਦੋਂ ਰੇਡੀਏਸ਼ਨਸ ਨਿਕਲਦੀਆਂ ਨਾ ਤੁਹਾਡੇ ਕੋਲ ਇੱਕ ਮੰਨ ਲਓ ਟਾਰਚ ਫੜੀ ਹੋਈ ਆ ਤੁਸੀਂ ਟਾਰਚ ਨਾਲ ਐਸਾ ਇੱਕ ਮੰਨ ਲਓ ਮੇਰੇ ਕੋਲ ਆ ਕਾਪਰ ਮੈਟਲ ਹੋਵੇ ਮੈਂ ਕਾਪਰ ਮੈਟਲ ਤੇ ਜਦੋਂ ਲਾਈਟ ਮਾਰਾਂਗਾ ਨਾ ਤੇ ਜੇ ਮੈਂ ਆਪਣੇ ਇਸ ਪੂਰੇ ਸੈਟਅਪ ਨੂੰ ਠੀਕ ਹੈ ਜੀ ਇਸ ਮੈਟਲ ਪਲੇਟ ਨੂੰ ਠੀਕ ਹੈ ਇਦਾਂ ਹੀ ਇਧਰ ਇੱਕ ਹੋਰ ਮੈਟਲ ਪਲੇਟ ਲੈ ਲਵਾਂ ਠੀਕ ਹੈ ਇਹ ਸਾਰੇ ਅਰੇਂਜਮੈਂਟ ਨੂੰ ਮੈਂ ਇੱਕ ਟਿਊਬ ਦੇ ਵਿੱਚ ਸੀਲ ਕਰ ਲਵਾਂ ਜਿੱਦਾਂ ਮੰਨ ਲਓ ਮੇਰੀ ਟਿਊਬ ਹੋਵੇ ਇਹਦੇ ਦੋ ਐਂਡ ਦੇ ਵਿੱਚ ਦੋ ਕਾਪਰ ਪਲੇਟ ਲਾਤੀਆਂ ਇੱਕ ਨੂੰ ਬੈਟਰੀ ਦੇ ਨੈਗੇਟਿਵ ਨਾਲ ਜੋੜ ਲਓ ਇੱਕ ਨੂੰ ਬੈਟਰੀ ਦੇ ਪੋਜ਼ਿਟਿਵ ਨਾਲ ਤੇ ਮੈਂ ਇੱਕ ਐਂਡ ਤੇ ਠੀਕ ਹੈ ਜੀ ਮੈਟਲ ਪਲੇਟ ਤੇ ਜਦੋਂ ਲਾਈਟ ਮਾਰਾਂਗਾ ਨਾ ਤੇ ਮੈਂ ਨੋਟ ਕਰਾਂਗਾ ਜਿਹੜਾ ਇਹਦੇ ਨਾਲ ਮੈਂ ਐਮੀਟਰ ਲਾਇਆ ਹੋਏਗਾ ਨਾ ਉਹ ਚ ਕਰੰਟ ਆਇਆ ਇਹਦਾ ਮਤਲਬ ਇਹ ਹੋਇਆ ਕਿ ਲਾਈਟ ਮਾਰਨ ਦੇ ਨਾਲ ਠੀਕ ਹੈ ਜੀ ਜਿਹੜੀ ਉਹ ਮੈਟਲ ਪਲੇਟ ਹੈ ਨਾ ਉਹ ਚੋਂ ਇਲੈਕਟ੍ਰੋਨ ਨਿਕਲਣੇ ਸ਼ੁਰੂ ਹੋਏ ਜਦੋਂ ਅਸੀਂ ਉਸ ਚੀਜ਼ ਨੂੰ ਕੰਸੀਡਰ ਕਰਨਾ ਉਹਨੂੰ ਪੜ੍ਹਨਾ ਵਾ ਅਸੀਂ ਉਸ ਫਿਨੋਮੀਨਾ ਨੂੰ ਨਾਮ ਦਿੰਦੇ ਫੋਟੋ ਇਲੈਕਟ੍ਰਿਕ ਇਫੈਕਟ ਉਹ ਚ ਅਸੀਂ ਵਰਡ ਲੈਣੇ ਕਿ ਮੰਨ ਲਓ ਮੇਰੇ ਕੋਲ ਦੋ ਟਾਰਚ ਆ ਇੱਕ ਵਿਜ਼ੀਬਲ ਲਾਈਟ ਵਾਲੀ ਇੱਕ ਅਲਟਰਾ ਵਾਇਲਟ ਲਾਈਟ ਵਾਲੀ ਜਦੋਂ ਮੈਂ ਕਾਪਰ ਦੇ ਉੱਤੇ ਵਿਜ਼ੀਬਲ ਲਾਈਟ ਮਾਰਦਾ ਤੇ ਮੈਂ ਦੇਖਦਾ ਐਮ ਮੀਟਰ ਦੇ ਅੰਦਰ ਕੋਈ ਡਿਫਲੈਕਸ਼ਨ ਨਹੀਂ ਆ ਰਹੀ ਪਰ ਜਦੋਂ ਮੈਂ ਐਸਐਚ ਉਸ ਕਾਪਰ ਮੈਟਲ ਦੇ ਉੱਤੇ ਕਹਿੰਦਾ ਜੀ ਮੈਂ ਐਸਐਚ ਯੂਵੀ ਲਾਈਟ ਮਾਰਦਾ ਮੈਂ ਦੇਖਿਆ ਜੀ ਐਮ ਮੀਟਰ ਡਿਫਲੈਕਸ਼ਨ ਦੇ ਰਿਹਾ ਉਸ ਮੂਵਮੈਂਟ ਤੇ ਉਹਨਾਂ ਚੀਜ਼ਾਂ ਨੂੰ ਸਮਝਣ ਵਾਸਤੇ ਕਿਉਂ ਇੱਕ ਲਾਈਟ ਨਾਲ ਐਮੀਟਰ ਚ ਡਿਫਲੈਕਸ਼ਨ ਨਹੀਂ ਦੂਜੇ ਨਾਲ ਕਿਉਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਵੇਲੇ ਨਾ ਅਸੀਂ ਫੋਟੋ ਇਲੈਕਟ੍ਰਿਕ ਇਫੈਕਟ ਪੜ੍ਹਦੇ ਹਾਂ ਤੇ ਫੋਟੋ ਇਲੈਕਟ੍ਰਿਕ ਇਫੈਕਟ ਦੇ ਅੰਦਰ ਆਪਾਂ ਇੱਕ ਟਰਮ ਲੈ ਕੇ ਚੱਲਣ ਲੱਗੇ ਕਿਸੇ ਵੀ ਮੈਟਲ ਦੀ ਸਰਫੇਸ ਤੇ ਜਦੋਂ ਲਾਈਟ ਸਟ੍ਰਾਈਕ ਕਰਦੀ ਹੈ ਨਾ ਤਾਂ ਅਸੀਂ ਮੰਨਦੇ ਉਸ ਮੈਟਲ ਦੀ ਸਰਫੇਸ ਤੇ ਫੋਟੋਨ ਆ ਕੇ ਡਿੱਗਦੇ ਆ ਜੇ ਤੁਸੀਂ ਜਿਹੜੇ ਕਮਰੇ 'ਚ ਬੈਠੇ ਹੋ ਤੁਹਾਡੀ ਕਾਪੀ ਦੇ ਉੱਤੇ ਜਿਹੜੀ ਐਸਐਚ ਟਿਊਬ ਲਾਈਟ ਤੋਂ ਲਾਈਟ ਡਿੱਗਦੀ ਪਈ ਹੈ ਨਾ ਅਸੀਂ ਮੰਨਦੇ ਉਸ ਲਾਈਟ ਦੇ ਅੰਦਰ ਫੋਟੋਨਸ ਆ ਰਹੇ ਤੇ ਫੋਟੋਨ ਦੀ એનર્ਜੀ ਜਿਹੜੀ ਹੋਏਗੀ ਜਿਹੜੇ ਫੋਟੋਨ ਆ ਰਹੇ ਪੈਕੇਟ ਔਰ ਬੰਡਲ ਆਫ એનર્ਜੀ ਆ ਕੇ ਡਿੱਗਦੀ ਪਈ ਆ ਹਨਾ ਉਹ એનર્ਜੀ ਕਿਤੇ ਡਿਪੈਂਡੈਂਟ ਹੈ ਅਸੀਂ ਕਹਿੰਦੇ ਜਿਹੜਾ ਲਾਈਟ ਦਾ ਸੋਰਸ ਹੈ ਨਾ ਉਹਦੇ ਅੰਦਰ ਐਟਮ ਜਿਹੜੇ ਨੇ ਕਿਸ ਫ੍ਰੀਕੁਐਂਸੀ ਦੇ ਉੱਤੇ ਵਾਈਬ੍ਰੇਟ ਕਰਦੇ ਆ ਜਿੰਨੀ ਹਾਈ ਫ੍ਰੀਕੁਐਂਸੀ ਤੇ ਉਹ ਪਾਰਟੀਕਲ ਉਹ ਐਟਮ ਵਾਈਬ੍ਰੇਟ ਕਰਦੇ ਆ ਉਨੀ ਹੀ ਜ਼ਿਆਦਾ એનર્ਜੀ ਦੀਆਂ ਉਥੋਂ ਰੇਡੀਏਸ਼ਨਸ ਨਿਕਲਦੀਆਂ ਉਹਨੂੰ ਅਸੀਂ ਇਦਾਂ ਡਿਫਾਈਨ ਕੀਤਾ ਕਿ ਜਿਹੜੀਆਂ ਰੇਡੀਏਸ਼ਨਸ ਨਿਕਲਦੀਆਂ ਉਹਨਾਂ ਰੇਡੀਏਸ਼ਨ ਦੀ ਫ੍ਰੀਕੁਐਂਸੀ ਠੀਕ ਹੈ ਉਹ ਐਸ ਸੱਚ એનર્ਜੀ ਨਾਲ ਡਾਇਰੈਕਟ ਪ੍ਰਪੋਰਸ਼ਨਲ ਤੇ ਜੇ ਮੈਂ ਇਥੋਂ ਪ੍ਰਪੋਰਸ਼ਨੈਲਿਟੀ ਦਾ ਸਾਈਨ ਹਟਾਣਾ ਹੋਵੇ ਤੇ ਇਕੁਐਲਿਟੀ ਲਾਣੀ ਹੋਵੇ ਹਨਾ ਤੇ ਮੈਨੂੰ ਪ੍ਰਪੋਰਸ਼ਨੈਲਿਟੀ ਕਾਂਸਟੈਂਟ ਲਗਾਉਣਾ ਪਏਗਾ ਇਸ ਕਨਸੈਪਟ ਨੂੰ ਪਲੈਂਕ ਨੇ ਦਿੱਤਾ ਹੋਇਆ ਪਲੈਂਕ ਸਾਇੰਟਿਸਟ ਦਾ ਨਾਮ ਆ ਠੀਕ ਹੈ ਪਲੈਂਕ ਨੇ ਇਹ ਕਨਸੈਪਟ ਇੰਟਰੋਡਿਊਸ ਕੀਤਾ ਹੋਇਆ ਉਹਦੇ ਕਰਕੇ ਆਪਾਂ ਪ੍ਰਪੋਰਸ਼ਨੈਲਿਟੀ ਕਾਂਸਟੈਂਟ ਦਾ ਜਿਹੜਾ ਸਿੰਬਲ ਆ ਤੇ ਨਾਮ ਜਿਹੜਾ ਉਹਨੂੰ ਪਲੈਂਕ ਕਾਂਸਟੈਂਟ ਕਹਿੰਦੇ h ਉਹਦਾ ਸਿੰਬਲ ਹੋਏਗਾ ਠੀਕ ਹੈ ਨਾ Yes, sir. ਰੋਹਿਤ Yes, sir. ਅਸੀਂ Yes, sir. ਕਰਾਂ ਕੰਟੀਨਿਊ ਨੈਕਸਟ ਨਿਊਮੈਰਿਕਲਸ Yes, Excuse me, sir. Yes, sir. Yes. सर आपने जो असाइनमेंट दी थी उसका जो 7th क्वेश्चन है ना लास्ट वाला सर एक बार वो सॉल्व करके बता दीजिए। ਉਹ ਦੱਸ ਦਿੰਦਾ ਹਜੇ ਰੁਕ ਜਾਓ ਹਜੇ ਮੈਂ ਇਹ ਤੁਹਾਨੂੰ ਅਸਾਈਨਮੈਂਟਸ ਭੇਜਣੀਆਂ ਇੱਕ ਵਾਰੀ ਤੁਸੀਂ ਜਿਹੜੀਆਂ 3-4 ਡਾਈਮੈਂਸ਼ਨਸ ਦੀਆਂ ਅਸਾਈਨਮੈਂਟ ਭੇਜਾਂਗਾ ਉਹ ਸਾਰੀਆਂ ਸੋਲਵ ਕਰ ਲਓ ਇੱਕੋ ਦਿਨ ਇਕੱਠੇ ਉਹਦੇ ਡਾਊਟ ਸਾਰੇ ਇਕੱਠੇ ਕਰਾ ਦੂੰਗਾ ਠੀਕ ਹੈ ਬੱਚੇ ਆਪਾਂ ਨਾਲ ਥੋੜਾ ਜਿਹਾ ਕੰਮ ਅੱਗੇ ਵੀ ਜੋੜ ਠੀਕ ਹੈ ਪੁੱਤ ਕਰਾਂ ਕੰਟੀਨਿਊ यस सर। ਬਾਕੀ ਇਨ ਕੇਸ ਤੁਹਾਨੂੰ ਇੰਡੀਵਿਜੂਅਲ ਲੱਗਦਾ ਕੁਝ ਪੁੱਛਣਾ ਮੈਨੂੰ ਬੇਸ਼ੱਕ ਨੂੰ ਕਾਲ ਕਰ ਲਿਆ ਕਰੋ ਠੀਕ ਹੈ ਤੇ ਉਹਦੇ ਵਿੱਚ ਆਪਣੇ ਡਾਊਟ ਕਲੀਅਰ ਕਰ ਲਓ ਤੇਰੀ ਕਾਲ ਨਹੀਂ ਆਈ ਅਨੁਪਮ ਚਲੋ ਕੱਲ ਜਿਹੜਾ ਟੌਪਿਕ ਕਰਦੇ ਹੋਏ ਸੀਗੇ ਠੀਕ ਹੈ ਸੈਕੰਡ ਯੂਜ਼ ਸੀਗਾ ਡਾਈਮੈਂਸ਼ਨਲ ਐਨਾਲਿਸਿਸ ਦਾ ਉਹ ਚ ਅਸੀਂ ਕਿਹਾ ਸੀ ਕਿ whenever some quantities are added or subtracted ਤੇ their nature should always be same
ਉਹ ਤੇ ਆਪਾਂ ਇਹ ਕਿਹਾ ਸੀਗਾ ਕਿ ਦੋ ਡਿਫਰੈਂਟ ਨੇਚਰ ਦੀ ਕੁਆਂਟੀਟੀ ਨਾ ਐਡ ਹੁੰਦੀਆਂ ਤੇ ਨਾ ਸਬਟ੍ਰੈਕਟ ਹੁੰਦੀਆਂ। ਮਲਟੀਪਲਾਈ ਤੇ ਡਿਵਾਈਡ ਤੁਸੀਂ ਕੋਈ ਵੀ ਦੋ ਨੇਚਰ ਦੀ ਕੁਆਂਟੀਟੀ ਨੂੰ ਕਰ ਸਕਦੇ। ਇਹਦੇ ਬਿਹਾਫ ਤੇ ਉਹਨੇ ਇੱਕ ਨੂਮੈਰੀਕਲ ਦਿੱਤਾ। ਕੁਐਸਚਨ ਹੈਗਾ p equal to a minus x square over b into t। ਠੀਕ ਹੈ, ਇੱਕ ਨੂਮੈਰੀਕਲ ਨਾਲ ਆਪਾਂ ਗੱਲ ਕਰਾਂਗੇ। ਉਹ ਕਹਿੰਦਾ ਜੀ ਇਸ ਕਨਸੈਪਟ ਨੂੰ ਬੇਸ ਬਣਾ ਕੇ ਕਿ ਸੇਮ ਨੇਚਰ ਦੀ ਕੁਆਂਟੀਟੀ ਐਡ ਔਰ ਸਬਟ੍ਰੈਕਟ ਹੁੰਦੀਆਂ। ਇਹਦੇ ਬਿਹਾਫ ਦੇ ਉੱਤੇ ਦੱਸੋ ਜੀ ਇਸ ਰਿਲੇਸ਼ਨ ਦੇ ਵਿੱਚ a ਤੇ b ਦੀ ਕੀ ਡਾਈਮੈਂਸ਼ਨ। ਠੀਕ ਹੈ, ਯਾਨੀ ਤੁਸੀਂ ਇਸ ਰਿਲੇਸ਼ਨ ਚੋਂ a ਤੇ b ਦੀ ਡਾਈਮੈਂਸ਼ਨ ਕੱਢਣੀ ਆ। p ਉਹਨੇ ਇੱਥੇ ਡਿਫਾਈਨ ਕੀਤਾ ਪ੍ਰੈਸ਼ਰ ਆ, p ਉਹਨੇ ਕਿਹਾ ਜੀ ਪ੍ਰੈਸ਼ਰ ਆ, x ਇਸ ਰਿਲੇਸ਼ਨ ਦੇ ਅੰਦਰ ਡਿਸਟੈਂਸ ਆ ਔਰ t ਟਾਈਮ ਆ ਬੇਟਾ। यानी आ तीन टर्म एरिया ਜਿਹੜੀਆਂ ਨੋਨ ਆ ਇਹਦੀ ਫਾਰਮ ਚ a ਤੇ b ਦੀ ਡਾਈਮੈਂਸ਼ਨ ਕੱਢੋ। ਤੇ ਜੇ ਮੈਂ ਹੁਣ ਇਹ ਤੋਂ a ਤੇ b ਦੀ ਡਾਈਮੈਂਸ਼ਨ ਕੱਢਣੀ ਆ, ਸਭ ਤੋਂ ਪਹਿਲਾਂ ਕਿਹਦੀ ਡਾਈਮੈਂਸ਼ਨ a ਔਰ b ਚੋਂ ਨਿਕਲ ਸਕਦੀ ਹੈ? BT a सर ਦੀ ਡਾਈਮੈਂਸ਼ਨ ਆਏਗੀ सर L1 ਹਾਂਜੀ सर L1 ਨਹੀਂ। सोचो x की चीज आ सर डिस्टेंस डिस्टेंस। देखो तो जे मैं इदा लिखा कि भी मेरे को 5 मीटर स्क्वायर आ माइनस ਇਹਦੇ ਵਿੱਚੋਂ ਮੈਂ x ਕੀਤਾ। ठीक है, रिजल्ट मेरे को जेड़ा वा वो s सर L2 रिजल्ट मान लो 8 मीटर स्क्वायर आना होवे, x ਦਾ ਕੀ ਯੂਨਿਟ ਹੋਊਗਾ? मीटर स्क्वायर मीटर स्क्वायर। ਆ ਟਰਮ ਮੀਟਰ ਸਕੁਅਰ ਚ ਆ ਤੇ x ਵੀ ਤਾਂ ਮੀਟਰ ਸਕੁਅਰ ਚ ਹੀ ਹੋਏਗੀ। yes sir ਹੁਣ ਇਹੀ ਪ੍ਰੋਪਰਟੀ ਜੇ ਮੈਂ ਇੱਥੇ ਸੋਚ ਕੇ ਚੱਲਾਂ ਕਿ ਵੀ a ਮਾਈਨਸ ਕੀਤਾ x ਸਕੁਅਰ ਚੋਂ ਔਰ x ਮੇਰਾ ਡਿਸਟੈਂਸ ਆ, ਇਹਦਾ ਮਤਲਬ ਮੈਂ ਇਹ ਨਹੀਂ ਕਹਿ ਸਕਦਾ a ਡਿਸਟੈਂਸ ਆ। ਹਾਂ ਇਹ ਕਹੂੰਗਾ ਕਿ a ਦੀ ਡਾਈਮੈਂਸ਼ਨ ਸੇਮ ਡਿਸਟੈਂਸ ਸਕੁਅਰ ਵਾਲੀ ਹੋਏ। ਇਹਦਾ ਮਤਲਬ ਜੇ ਮੈਂ ਐਸ ਸੱਚ ਇਹਦੇ ਵਿੱਚੋਂ a ਦੀ ਡਾਈਮੈਂਸ਼ਨ ਫਾਈਂਡ ਆਊਟ ਕਰਨੀ ਆ ਤੇ ਆਪਾਂ ਆਹ ਕਨਸੈਪਟ ਦੇ ਦਾਂਗੇ कि a ਦੀ ਡਾਈਮੈਂਸ਼ਨ a ਮਾਈਨਸ ਕੀਤਾ ਡਿਸਟੈਂਸ ਦੇ ਸਕੁਅਰ ਚੋਂ, ਤੇ ਜੇ a ਡਿਸਟੈਂਸ ਦੇ ਸਕੁਅਰ ਚੋਂ ਮਾਈਨਸ ਕੀਤਾ ਤੇ ਇਹਦਾ ਮਤਲਬ a ਦੀ ਡਾਈਮੈਂਸ਼ਨ ਡਿਸਟੈਂਸ ਦੇ ਸਕੁਅਰ ਵਾਲੀ ਹੋ, ਤੇ ਡਿਸਟੈਂਸ ਦਾ ਸਕੁਅਰ ਮੇਰਾ l ਸਕੁਅਰ ਆ ਗਿਆ। ਇਹਦਾ ਮਤਲਬ ਜੇ ਆਹ ਟਰਮ ਮੇਰੀ l ਸਕੁਅਰ ਡਾਈਮੈਂਸ਼ਨ ਵਾਲੀ ਆ ਤੇ a ਦੀ ਡਾਈਮੈਂਸ਼ਨ ਵੀ l ਸਕੁਅਰ ਹੀ ਹੋਗੀ। yes बिल्कुल sir था। yes sir ਦੂਜੇ ਪਾਸੇ ਚਲੋ ਹੁਣ ਆਪਾਂ b ਫਾਈਂਡ ਆਊਟ ਕਰਨਾ। b t ਦੇ ਨਾਲ ਮਲਟੀਪਲਾਈ ਆ ਤੇ ਮਲਟੀਪਲਾਈ ਤਾਂ ਕੋਈ ਵੀ ਦੋ ਨੇਚਰ ਦੀ ਕੁਆਂਟੀਟੀਜ਼ ਹੋ ਸਕਦੀ ਹੈ। ਤੇ ਜੇ ਮੈਂ ਇਸ ਰਿਲੇਸ਼ਨ ਦੇ ਵਿੱਚੋਂ b ਦੀ ਡਾਈਮੈਂਸ਼ਨ ਕੱਢਣੀ ਆ ਤੇ ਇਹ ਤੋਂ b ਦਾ ਫਾਰਮੂਲਾ ਬਣਾ ਦ। b ਦਾ ਫਾਰਮੂਲਾ ਬਣ ਗਿਆ a x ਸਕੁਅਰ ਓਵਰ p into t। a ਦੀ ਡਾਈਮੈਂਸ਼ਨ l ਸਕੁਅਰ, ਠੀਕ ਹੈ ਜੀ, x ਦੀ ਡਾਈਮੈਂਸ਼ਨ l ਯਾਨੀ l ਦਾ ਸਕੁਅਰ ਓਵਰ ਆ ਗਿਆ p। p ਅਸੀਂ ਕਿਹਾ ਜੀ ਪ੍ਰੈਸ਼ਰ ਨੂੰ, ਪ੍ਰੈਸ਼ਰ ਦਾ ਡਾਈਮੈਂਸ਼ਨ ਫਾਰਮੂਲਾ ਕੀ ਸੀ ਯਾਦ ਕਰਾਇਆ ਸੀ? m l minus 1 t minus 2। ਬਿਲਕੁਲ ਜੀ, ਉਹ ਤੇ ਜਿਹੜੇ ਕੱਲ ਕਹੇ ਉਹ ਫਾਰਮੂਲੇ ਤੁਹਾਨੂੰ ਐਸ ਸੱਚ ਫਲੋ ਤੇ ਹੋਣੇ ਚਾਹੀਦੇ ਸਾਰਿਆਂ ਨੂੰ। ਪ੍ਰੈਸ਼ਰ ਦਾ ਡਾਈਮੈਂਸ਼ਨਲ ਫਾਰਮੂਲਾ ਸੀਗਾ m l minus 1 t minus 2। ਠੀਕ ਹੈ ਜੀ, ਇਨਟੂ ਆ ਗਿਆ ਮੇਰੇ ਕੋਲ ਟਾਈਮ, ਟਾਈਮ ਦਾ ਡਾਈਮੈਂਸ਼ਨਲ ਫਾਰਮੂਲਾ ਕੀ? l ਸਕੁਅਰ ਮਾਈਨਸ l ਸਕੁਅਰ ਕਿੰਨਾ ਹੋਇਆ? l square l square ਵੈਰੀ ਗੁੱਡ, ਬਿਲਕੁਲ। l square ਇਹਦਾ ਮਤਲਬ b ਲਈ ਆਪਣੇ ਕੋਲ ਕੀ ਆ ਗਿਆ l ਸਕੁਅਰ ਓਵਰ ਆ ਟਰਮ ਇਕੱਠੀ ਕਰ ਲਓ। ਠੀਕ ਹੈ ਜੀ, ਇੱਥੇ ਮੇਰੇ ਕੋਲ ਆ ਗਿਆ m minus 1। ठीक है, l minus 1 ना ऊपर जाके मेरे को प्लस 1 च कन्वर्ट होया, t minus 2 plus 1 minus 1 ऊपर जाके मेरे को t पावर 1 आ गया। इनको कंबाइन कर लो, अपनी जो b की डायमेंशन आ गई वो आ गई जी m minus 1 l क्यूब ते t 1। यानी आ मेरे को b का डायमेंशनल फार्मूला आ गया। क्या a और b की डायमेंशन तेरे मेथड ना काट दे पे समय लगी? yes sir yes sir yes sir हो जो करा कंटिन्यू। yes Excuse me, sir sir. yes sir yes sir सर इसमें हम BT को इज इक्वल टू प्रेशर कर सकते हैं डायरेक्टली? दोबारा बोलो। सर BT इज इक्वल टू प्रेशर ऐसे कर सकते हैं, B इज इक्वल टू प्रेशर अपॉन टाइम। अपने को बच्चे आप पूरी टर्म जड़ी आ ਇਹਦਾ ਸੋਲੂਸ਼ਨ ਜਿਹੜਾ ਹੋਏਗਾ ਇਹ ਟਰਮ ਮਾਈਨਸ ਡਿਵਾਈਡ ਸਾਰਾ ਕੁਝ ਕਰਕੇ ਜੋ ਆਇਆ ਉਹ ਪ੍ਰੈਸ਼ਰ ਆ। B into T ਕੱਲਾ ਤਾਂ ਨਹੀਂ ਨਾ ਪ੍ਰੈਸ਼ਰ ਹੈਗਾ।
ओके सर। ठीक है, ये पूरे की पूरी टर्म ਜਿਹੜੀ ਹੋਏਗੀ the whole term equivalent to pressure not only b into t, ਇਸ ਲਈ ਪੂਰੀ ਟਰਮ ਨੂੰ ਅਸੀਂ ਪ੍ਰੈਸ਼ਰ ਨਾਲ ਇਕੁਏਟ ਕੀਤਾ, ਉਹਦੇ ਚ ਅਸੀਂ b ਦੀ ਡਾਈਮੈਂਸ਼ਨ ਕੱਢ ਦਿੱਤੀ। ਕਲੀਅਰ ਹੈ ਵਾਲੀ ਟਾਈਪ ਨੂਮੈਰੀਕਲ ਦੀ? यस सर। Yes. ਚਲੋ ਇਸ ਟਾਈਪ ਦੇ ਨੂਮੈਰੀਕਲ ਤੁਹਾਨੂੰ ਕੁਝ ਭੇਜਾਂਗਾ, ਠੀਕ ਹੈ ਜੀ, ਤੁਸੀਂ ਟਰਾਈ ਕਰੋਗੇ। ਨੈਕਸਟ ਨੂਮੈਰੀਕਲ ਦੀ ਟਾਈਪ ਜਿਹੜੀ ਕਰ ਰਹੇ ਹਾਂ ਇੰਪੋਰਟੈਂਟ ਹੋਏਗੀ। ਨੈਕਸਟ ਦੋ ਟਾਈਪਸ ਕਰਾਂਗੇ, ਦੋਨੇ ਇੰਪੋਰਟੈਂਟ। ਥਰਡ ਟਾਈਪ ਹੈਗੀ ਯਾਨੀ ਕਿ ਲੋ ਥਰਡ ਯੂਜ਼ ਹੋਏਗਾ ਡੈਰੀਵੇਸ਼ਨ ਆਫ ਫਾਰਮੂਲਾ। ਡੈਰੀਵੇਸ਼ਨ ਆਫ ਫਾਰਮੂਲਾ ਕੱਲ ਜਿਹੜੇ ਆਪਾਂ ਕਰਦੇ ਪਏ ਸੀ, ਜਿਹੜੇ ਆ ਦੇਖੇ ਆਪਾਂ, ਇਹਨਾਂ 'ਚ ਮੈਨੂੰ ਫਾਰਮੂਲਾ ਗਿਵਨ, ਅਸੀਂ ਉਸ ਫਾਰਮੂਲੇ ਨੂੰ ਐਸ ਸੱਚ ਵੈਰੀਫਾਈ ਕਰਦੇ ਪਏ ਕਿ ਉਹ ਫਾਰਮੂਲਾ ਕਰੈਕਟ ਆ ਕਿ ਰੋਂਗ ਆ। ਹੁਣ ਉੱਥੇ ਟੌਪਿਕ ਇਹ ਹੈਗਾ ਡਿਰਾਈਵ ਫਾਰਮੂਲਾ। ਤੁਹਾਨੂੰ ਨੇ ਕੋਈ ਗਿਵਨ ਕੁਆਂਟੀਟੀ ਕਹਿਣੀ ਜਿਹੜੇ ਕੁਝ ਵੇਰੀਏਬਲ ਤੇ ਡਿਪੈਂਡੈਂਟ ਆ, ਤੇ ਉਹਨਾਂ ਵੇਰੀਏਬਲ ਦੀ ਫਾਰਮ 'ਚ ਤੁਸੀਂ ਫਾਰਮੂਲਾ ਡਰਾਈਵ ਕਰਨਾ ਵਾ, ਨਾ ਕਿ ਤੁਸੀਂ ਫਾਰਮੂਲਾ ਵੈਰੀਫਾਈ ਕਰਨਾ। ਇੱਕ ਨੂਮੈਰੀਕਲ ਬਣਾ ਰਹੇ ਆਪਣੇ ਕੋਲੋਂ, ਉਹਨੇ ਕੁਐਸਚਨ ਦਿੱਤਾ सेंट्रीपिटल फोर्स, ठीक है, डिपेंड अपॉन स्टेटमेंट थोड़ी जी शॉर्ट करके लिखांगा, मेन वर्ड जेडे ने वो लवांगा, प्रॉपर स्टेटमेंट तो मैं बाद चो ग्रुप च भेजांगा। सेंट्रीपिटल फोर्स डिपेंड अपॉन मास ऑफ पार्टिकल, वेलोसिटी ऑफ पार्टिकल, एंड थर्ड उन्हें कह देता एंड डिपेंड अपॉन रेडियस ऑफ सर्कल। उन्हें मैंने क्वेश्चन है दिता पुत्र कि सेंट्रीपिटल फोर्स आ कोई, ठीक है, सेंट्रीपिटल फोर्स होती कि जदों कोई पार्टिकल सर्कुलर पाथ ते मूव करदा ते पार्टिकल ਨੂੰ ਜਿਹੜੀ फोर्स रिक्वायर्ड आ ਉਹਨੂੰ ਅਸੀਂ सेंट्रीपिटल फोर्स ਕਹਿੰਦੇ ਹਾਂ। वो कहता सेंट्रीपिटल फोर्स डिपेंड अपॉन, ਹੁਣ ਪਹਿਲੀ ਗੱਲ ਇਹ ਚ ਕਿਸੇ ਵੀ ਟਰਮ ਦੇ ਵੇਰੀਏਬਲ ਨਹੀਂ ਦਿੱਤੇ ਹੋਏ, ਤੁਸੀਂ ਐਸ ਸੱਚ ਰੈਲੇਵੈਂਟ ਵੇਰੀਏਬਲ ਤੁਸੀਂ ਡਿਫਾਈਨ ਕਰ ਸਕਦੇ ਹੋ। फोर्स आ f ना डिफाइन करूं, मास आ m ना करूं, वेलोसिटी v ना करूं, रेडियस r ना कर लूं, ठीक है। इररेलेवेंट सिंबल नहीं रखांगे, रेलेवेंट सिंबल ਤੁਸੀਂ ਉਹਦੇ ਅਕੋਰਡਿੰਗਲੀ ਡਿਫਾਈਨ ਕਰੋ। ਉਹਨਾਂ ਨੇ ਕਿਹਾ ਕਿ derive dimensionally relation for force, वो कहना जी फोर्स वास्ते रिलेशन ड्राइव करो, यानी ਤੁਸੀਂ ਪੁੱਤ फोर्स ਦਾ ਫਾਰਮੂਲਾ ਡਰਾਈਵ ਕਰਨਾ ਕੀ ਬਣ ਕੇ ਆਏਗਾ, ਜਿਹੜਾ ਮਾਸ ਤੇ ਵੈਲੋਸਿਟੀ ਤੇ ਰੇਡੀਅਸ ਇਹਨਾਂ ਸਾਰੀਆਂ ਚੀਜ਼ਾਂ ਤੇ ਡਿਪੈਂਡੈਂਟ ਹੋਏਗਾ। क्या इन्हीं गल समझ लगी? Yes sir. Yes sir. ड्राइव करने लिए ਆਪਾਂ ਕੀ ਕਰਾਂਗੇ, फोर्स ਨੂੰ f डिफाइन कर दो, डिपेंड अपॉन ਮੈਨੂੰ ਨਹੀਂ ਉਹਨੇ ਦੱਸਿਆ ਕਿ ਜਿਹੜੀ ਚੀਜ਼ਾਂ ਤੇ फोर्स डिपेंडेंट ਆ ਇਹਨਾਂ ਵਿੱਚੋਂ ਕਿਹੜੀ ਟਰਮ ਦੇ ਡਾਇਰੈਕਟ ਪ੍ਰੋਪੋਰਸ਼ਨਲ ਆ, ਕਿਹਦੇ ਇਨਵਰਸ ਪ੍ਰੋਪੋਰਸ਼ਨਲ ਆ, ਕਿਹਦੇ ਸਕੁਅਰ ਨਾਲ ਪ੍ਰੋਪੋਰਸ਼ਨਲ ਆ, ਕਿਹਦੇ ਕਿਊਬ ਨਾਲ ਪ੍ਰੋਪੋਰਸ਼ਨਲ ਆ। मतलब ਮੈਨੂੰ ਐਸਾ ਸਿਰਫ ਉਹਨੇ ਇਹ ਕਿਹਾ ਵਾ ਕਿ फोर्स डिपेंड ਕਰਦੀ ਪਈ ਹੈ ਮਾਸ ਤੇ, ਵੈਲੋਸਿਟੀ ਤੇ ਰੇਡੀਅਸ ਤੇ। ਇਹਨਾਂ ਵਿੱਚੋਂ ਕਿੰਨਾ ਡਾਇਰੈਕਟ ਆ, ਕਿੰਨਾ ਇਨਡਾਇਰੈਕਟ ਆ, ਕਿਹਦੀ ਕਿੰਨੀ ਪਾਵਰ ਨਾਲ, ਇਹ ਤੁਸੀਂ ਫਾਈਂਡ ਆਊਟ ਕਰਕੇ ਫਾਰਮੂਲਾ ਡਰਾਈਵ ਕਰਨਾ। ਉਹਦੇ ਲਈ ਅਸੀਂ ਆਪਣੇ ਕੋਲੋਂ ਇੱਥੇ ਅਨਨੋਨ ਪਾਵਰਸ a b c ਡਿਫਾਈਨ ਕਰ ਦਾਂਗੇ। ਇੱਕ ਨੂਮੈਰੀਕਲ ਇੱਕ ਸਟੈਪ ਉਹਦਾ ਧਿਆਨ ਨਾਲ ਸਮਝਿਓ, ਸਟੈਪ ਹਰ ਨੂਮੈਰੀਕਲ ਚ ਇਹੀ ਰਹਿਣੇ ਆ, ਠੀਕ ਹੈ, ਟਰਮਸ ਬਦਲਦੀਆਂ ਜਾਂਦੀਆਂ, ठीक है। ਅਸੀਂ ਕਹਿੰਦੇ ਜੀ ਫੋਰਸ ਆ ਤਿੰਨ ਚੀਜ਼ਾਂ ਤੇ ਡਿਪੈਂਡੈਂਟ ਸੀ ਔਰ ਇਹਨਾਂ ਦੀਆਂ ਪਾਵਰਸ ਨਹੀਂ ਪਤਾ ਕਿੰਨੀ ਤੁਸੀਂ ਪਾਵਰ ਐਸ ਸੱਚ ਲੱਭਣੀਆਂ ਵਾ ਸੋਲਵ ਕਰਕੇ ਕੀ ਆਉਂਦੀ, ਠੀਕ ਹੈ। ਤੇ ਅਸੀਂ ਪ੍ਰੋਪੋਰਸ਼ਨੈਲਿਟੀ ਸਾਈਨ ਹਟਾ ਕੇ ਇਕੁਐਲਿਟੀ ਲਾਣਾ ਹੋਵੇ ਤੇ ਤੁਸੀਂ ਆਪਣੇ ਕੋਲੋਂ ਇੱਥੇ ਕਾਂਸਟੈਂਟ k ਲਾ ਦਿਓ, ਠੀਕ ਹੈ, ਕਾਂਸਟੈਂਟ k ਲਗਾ ਦਿਓ। ਜਿਹੜਾ ਕਾਂਸਟੈਂਟ ਲਗਾਉਂਗਾ ਉਹਦੇ ਲਈ ਵੀ ਗੱਲ ਸਮਝਿਓ ਧਿਆਨ ਨਾਲ। ਆ ਟਰਮ ਜਿਹੜੀਆਂ ਕੁਐਸਚਨ ਚ ਦਸੀਆਂ ਇਹਨਾਂ ਚੋਂ ਕੋਈ ਟਰਮ ਡਾਈਮੈਂਸ਼ਨਲੈਸ ਹੋ ਸਕਦੀ ਆ, ਕੋਈ ਟਰਮ ਡਾਈਮੈਂਸ਼ਨ ਵਾਲੀ ਹੋ ਸਕਦੀ, ਪਰ ਜਿਹੜਾ ਕਾਂਸਟੈਂਟ ਅਸੀਂ ਆਪਣੇ ਕੋਲੋਂ ਇੰਟਰੋਡਿਊਸ ਕਰਾਂਗੇ ਹਨਾ, that always be dimensionless constant। ਤੁਸੀਂ ਆਪਣੀ ਮਰਜ਼ੀ ਨਾਲ ਕੋਈ ਨਵੀਂ ਡਾਈਮੈਂਸ਼ਨ ਵਾਲੀ ਟਰਮ ਵਿੱਚ ਨਹੀਂ ਇਨਸਰਟ ਕਰ ਸਕਦੇ। ਗੱਲ ਸਮਝ ਲੱਗੀ? Yes sir. Yes sir. A is called, ਜੇ ਮੈਂ k ਨੂੰ ਕਹਾਂ ਅਸੀਂ ਕਹਿੰਦੇ ਜੀ k ਮੇਰਾ dimensionless constant ਹੋਏਗਾ।
ठीक है ਤੇ ਇਸ ਤੋਂ ਬਾਅਦ ਤੁਸੀਂ ਹੁਣ ਕੀ ਕਰਨਾ ਦੋਨੋਂ ਸਾਈਡਸ ਤੇ ਜਿੰਨੀਆਂ ਵੀ ਫਿਜ਼ੀਕਲ ਕੁਆਂਟੀਟੀਆਂ ਆ ਉਹਨਾਂ ਸਾਰਿਆਂ ਦੀ ਡਾਈਮੈਂਸ਼ਨ ਸਬਸਟੀਟਿਊਟ ਕਰਨੀਆਂ ਸ਼ੁਰੂ ਕਰੋਗੇ ਇਟ ਮੀਨਸ ਨੈਕਸਟ ਲਾਈਨ ਤੋਂ ਆਪਣੇ ਕੋਲ f ਦੀ ਡਾਈਮੈਂਸ਼ਨ ਭਰੋ ਹੁਣ ਦੇਖੋ ਇਹ ਤੋਂ ਅੱਗੇ ਨੂਮੈਰੀਕਲ ਸੋਲ ਹੀ ਤਾਂ ਹੋਣਾ ਜੇ ਤੁਹਾਨੂੰ ਡਾਈਮੈਂਸ਼ਨਸ ਆਉਂਦੀਆਂ ਹੋਣਗੀਆਂ नहीं तो न्यूमेरिकल इतने खत्म इस तो आगे कोई नंबर नहीं सिर्फ 3 नंबर के न्यूमेरिकल च हाफ मिल जाएगा इस तो बाद नंबर खत्म हो गया दूसरी गल एक सिंगल टर्म की भी डायमेंशन गलत भरी तां भी न्यूमेरिकल खत्म इसलिए डायमेंशन के न्यूमेरिकल सौखे आ पर कॉशियस होके करने पऊंगे किसी टर्म की डायमेंशन गलत नहीं पुट अप करूंगी पहली टर्म फोर्स का डायमेंशनल फार्मूला सीगा अपने को mlt-2 f की डायमेंशंस आ गई k डायमेंशनलेस है ठीक है जी m मास आ मास का डायमेंशनल फार्मूला m ही रह जाना ठीक है पावर ओदी a आ गई v में कुल वेलोसिटी आ वेलोसिटी का डायमेंशन फार्मूला की सीगा LT minus 1. lt-1 पावर ओदी b आ गई r में को रेडियस आ रेडियस सिंपल लेंथ दी फॉर्म च आ जाओ ठीक है जी n पावर c आ गई क्या करो इधरों मास लेंथ टाइम की पावर कंबाइन कर लो इधर ऐसा ची mlt-2 इक्वल टू m की इको ही पावर आई है अंदर 1 है बाहर a है 1 into a यानी m पावर a आ जो l की पावर इको 1 into b बनी इधरों l की पावर c ठीक है विच साइन मल्टीप्लाई है ते पावर ऐड हो जानी है यानी l की पावर b plus c आ जाएगी क्लियर है निकल Yes, sir. Yes, sir. Yes, sir. ਤੇ t ਪਾਵਰ -b ਆ ਜਾਏਗੀ ਹੁਣ ਅਗਲੀ ਲਾਈਨ ਸਮਝ ਲਓ ਇੱਕੋ ਵਾਰੀ ਬੋਲਾਂਗੇ ਲੱਗੇਗੀ ਹਰ ਵਾਰ ਅਪਲਾਈ ਪ੍ਰਿੰਸੀਪਲ ਆਫ ਹੋਮੋਜੈਨਿਟੀ ਆਫ ਡਾਈਮੈਂਸ਼ਨ ਉਹ ਕਹਿੰਦਾ ਇਸ ਤੋਂ ਬਾਅਦ ਕੀ ਕਰਨਾ ਤੁਸੀਂ ਕਿਤੇ ਇੱਕ ਲਾਈਨ ਲਿਖ ਰਿਹਾ ਅਪਲਾਈ ਪ੍ਰਿੰਸੀਪਲ ਆਫ ਹੋਮੋਜੈਨਿਟੀ ਆਫ ਡਾਈਮੈਂਸ਼ਨ कहना भाई अपने को होमोजेनिटी ऑफ डायमेंशन का प्रिंसिपल की दसदा अकॉर्डिंग टू दिस प्रिंसिपल dimensions of a similar term on the two side of equality are always equal मतलब कि डायमेंशन किनु क्या सी पावर नु यानी वो कहंदा कि जेडी मास दी पावर होएगी इक्वालिटी दे दोनों पासे जेडी लेंथ दी पावर होएगी इक्वालिटी दे दोनों पासे इदां ही टाइम दी ये पावर्स आपस दे विच इक्वल ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਦੋਨੋਂ ਪਾਸਿਓਂ ਮਾਸ ਦੀ ਪਾਵਰ ਨੂੰ ਇਕੁਏਟ ਕਰ ਦਿਓ ਲੈਂਥ ਦੀ ਪਾਵਰ ਨੂੰ ਇਕੁਏਟ ਕਰ ਦਿਓ ਤੇ ਟਾਈਮ ਦੀਆਂ ਪਾਵਰਸ ਇਕੁਏਟ ਕਰ ਦਿਓ ਗੱਲ ਸਮਝ ਲੱਗੀ Yes, sir. Yes, sir. ਹੁਣ ਇਧਰੋਂ ਮਾਸ ਦੀ ਪਾਵਰ 1 ਆ ਬੇਟਾ ਇਧਰੋਂ ਮਾਸ ਦੀ ਪਾਵਰ a ਆ ਯਾਨੀ ਆਪਣੀ ਪਹਿਲੀ ਇਕੁਏਸ਼ਨ ਆ ਗਈ 1 = a ਉਸ ਤੋਂ ਬਾਅਦ l ਦੀ ਪਾਵਰ 1 ਆ ਦੂਜੇ ਪਾਸੇ l ਦੀ ਪਾਵਰ b + c ਆ तीजे पासे मेरे को टाइम की पावर -2 है ते दूजे पासे टाइम की पावर -b है ये हजे सब तो सिंपलेस्ट इक्वेशन लितियां आपा ठीक है जी हौली हौली सिर्फ ये होएगा कि पावर्स जेडियां ने ये थोड़ियां कंपलैक्स हो जानियां पर वेरिएबल 3 ही होणगे आपा जिदा 10th विच क्वाड्रेटिक इक्वेशन च x ते y दो वेरिएबल लभदे सी हुण मेरियां 3 इक्वेशन बनया करनियां उन्हां 3 इक्वेशन चों तुसीं 3 अननोन वेरिएबल फाइंड आउट करने इस वेले मेरे को सीधा सीधा फाइंड आउट हो गया a की वैल्यू 1 आ गई a दी एस च आ साइन कैंसिल करना ते b की वैल्यू 2 आ गई b की वैल्यू इथे पुट अप करना तुसी इदां नहीं करना तुसी लिखोगे पुट वैल्यू b इन इक्वेशन 2 ओथे एरो जना बनाइयो ठीक है इथे वैल्यू पुट अप कर दवा 1 = 2 + c ते c की वैल्यू -1 आ गई यानी a की वैल्यू b की वैल्यू ते c की वैल्यू तिना दी वैल्यू कैलकुलेट होगी हाँ जी सर Yes, sir. क्या वैल्यू कैलकुलेशन के अंदर किसी को कोई डाउट है बेटे नो सर No, sir. चलो ये कितने वैल्यूज अपने को लाइयां इनु वापस इस इक्वेशन नंबर 1 जिथे आपा अननोन वेरिएबल a b c मन्ने सी उथे पुट अप कर दियो यानी अपना नेक्स्ट स्टेप होएगा पुट वैल्यूज ऑफ a b c इन इक्वेशन 1 इनु वापस इक्वेशन 1 च पुट अप कर दियो ते देयरफॉर f का फार्मूला आ गया k * m पावर a v पावर b ठीक है इनटू r पावर c
ठीक है ਜਿਹੜੀ ਮਾਈਨਸ ਪਾਵਰ ਆ ਉਹਨੂੰ ਰੀਅਰੇਂਜ ਕਰ ਦਿਓ ਆਪਣੇ ਕੋਲ f ਦਾ ਫਾਰਮੂਲਾ ਬਣ ਗਿਆ k mv²/r ਯਾਨੀ ਆ ਮੇਰੇ ਕੋਲ ਐਸ ਸੱਚ ਸੈਂਟਰੀਪੀਟਲ ਫੋਰਸ ਦਾ ਫਾਰਮੂਲਾ ਆਏਗਾ ਜਿਹੜਾ ਮੈਨੂੰ ਕੀ ਦੱਸਦਾ ਪਿਆ ਕਿ ਫੋਰਸ ਮਾਸ ਦੇ ਨਾਲ ਡਾਇਰੈਕਟ ਪ੍ਰੋਪੋਰਸ਼ਨਲ ਆ ਤੇ ਉਹਦੀ ਲੀਨੀਅਰ ਪਾਵਰ ਦੇ ਨਾਲ ਪ੍ਰੋਪੋਰਸ਼ਨਲ ਆ ਫੋਰਸ ਵੈਲੋਸਿਟੀ ਦੇ ਨਾਲ ਡਾਇਰੈਕਟ ਪ੍ਰੋਪੋਰਸ਼ਨਲ ਤੇ ਉਹਦੇ ਸਕੁਅਰ ਨਾਲ ਪ੍ਰੋਪੋਰਸ਼ਨਲ ਆ ਤੇ ਸੈਂਟਰੀਪੀਟਲ ਫੋਰਸ ਰੇਡੀਅਸ ਦੇ ਨਾਲ ਇਨਵਰਸ ਪ੍ਰੋਪੋਰਸ਼ਨਲ ਆ ਯਾਨੀ ਆਪਣੇ ਕੋਲ ਜਿਹੜੇ ਅਨਨੋਨ ਪਾਵਰ ਸੀਗੀਆਂ ਫਾਰਮੂਲੇ ਨੂੰ ਡਰਾਈਵ ਕਰਨ ਵਾਸਤੇ ਇਸ ਡਾਈਮੈਂਸ਼ਨਲ ਮੈਥਡ ਨਾਲ ਤੁਸੀਂ ਉਹ ਪਾਵਰ ਫਾਈਂਡ ਆਊਟ ਕਰਦੇ ਹੋ ਕਿ ਤੁਹਾਡੀ ਗਿਵਨ ਕੁਆਂਟੀਟੀ ਜਿਹੜੇ ਗਿਵਨ ਵੇਰੀਏਬਲਸ ਨੇ ਉਹਨਾਂ ਚੋਂ ਕਿਹੜੀ ਚੀਜ਼ ਤੇ ਡਿਪੈਂਡੈਂਟ ਆ ਤੇ ਡਿਪੈਂਡੈਂਸ ਦੀ ਨੇਚਰ ਕੀ ਆ मतलब कितना डायरेक्ट आ कितना इनवर्स आ इस सारी चीज दी इन्फॉर्मेशन डायमेंशनल मेथड ना ਆਪਾਂ कैलकुलेट करते हैं ते नाल ही एक गल ऐड करन लगे लिमिटेशन ऑफ डायमेंशनल एनालिसिस ਇਹਦੀ लिमिटेशन की है ठीक है दो लिमिटेशन आगे दसियां सी कि डायमेंशनल मेथड ਦੇ ਅੰਦਰ डायमेंशन ਲੈਸ कांस्टेंट ਜਿਹੜੇ ਨੇ ਉਹਦੀ ਕੋਈ ਇਨਫੋਰਮੇਸ਼ਨ ਨਹੀਂ ਆਂਦੀ ਫਿਰ ਤੁਹਾਡੇ ਦੋ ਗਿਵਨ ਰਿਲੇਸ਼ਨ ਜਿਹੜੇ ਨੇ ਹਨਾ ਗਿਵਨ ਐਕਸਪ੍ਰੈਸ਼ਨ ਦੇ ਅੰਦਰ वो आपस में प्लस होने के माइनस कोई इन्फॉर्मेशन नहीं आती तीजा ये आ गया बेटा कि जेड़ा k आया वा डायमेंशनलेस कांस्टेंट एदी कोई भी इन्फॉर्मेशन इस डायमेंशनल मेथड च किते नहीं आई मतलब तुसी k दी वैल्यू नु 2/9 मनना वा कि k दी वैल्यू π/8 मननी है कि 3/7 कहनी है पूरे डायमेंशनल मेथड दे अंदर k दी वैल्यू नु कैलकुलेट करन दा कोई मेथड नहीं हैगा ये अपने आप च डायमेंशनल एनालिसिस दी एक लिमिटेशन होएगी क्या इतनी गल क्लियर है Yes, sir. सेकंड कौन सी बोली आपने सेकंड लिमिटेशन वो तो लिमिटेशन आप गई ना कि जिदा तुसी कोई रिलेशन लेने पे x² + 5x है ना एदा का कोई इथे अपना रिलेशन आप क्या जी इथे प्लस आना के माइनस डायमेंशनल मेथड ना कोई फर्क नहीं पैंदा ठीक है ना x² - 5x मतलब आ चीज लिख लेना v = u + 80 होए ते v = u - 80 होए ठीक है या v = -u - 80 होवे मतलब आ विच प्लस आना के माइनस आना इस चीज दे नाल डायमेंशनल मेथड दे विच कोई फर्क ही नहीं आ रहा ठीक है डायमेंशनली आ भी इक्वेशन ते डायमेंशनली आ सेकंड इक्वेशन दोनों सही आ दोनों दे विच डायमेंशनल रिलेशन जदों चेक करोगे वेरीफाई करोगे ते दोनों इक्वेशन करेक्ट ही आनियां क्लियर है हाँ जी सर हाँ जी ਆਪਾਂ ਥਰਡ ਯਾਨੀ ਯੂਜ਼ ਉਹਦਾ ਸ਼ੁਰੂ ਕੀਤਾ ਵਾ ਡੈਰੀਵੇਸ਼ਨ ਆਫ ਫਾਰਮੂਲਾ ਉਹ ਚ ਇੱਕ ਨੂਮੈਰੀਕਲ ਉਸ ਟਾਈਪ ਦਾ ਕੀਤਾ ਬੇਟੇ ਕਿ ਇਹਦੇ ਸਾਰੇ ਸਟੈਪ ਸਮਝ ਲੱਗੇ हाँ जी सर Yes, sir.